ਦੁਨੀਆ ਭਰ ਦੇ ਵਿੱਚ ਜੋ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੋਈ ਹੈ, ਉਸ ਦੇ ਮੱਦੇਨਜ਼ਰ ਜਿੱਥੇ ਬਹੁਤ ਭਿਆਨਕ ਦੌਰ ਚੱਲਦਾ ਪਿਆ ਹੈ, ਉੱਥੇ ਨਾਲ ਹੀ ਨਾਲ ਸਿੱਖ ਸੰਸਥਾਵਾਂ ਵੱਲੋਂ ਸੇਵਾ ਦਾ ਜੋ ਕਾਰਜ ਹੈ ਉਹ ਬੜੇ ਹੀ ਵਿਉਂਤਬੰਦ ਅਤੇ ਸੁਚੱਜੇ ਢੰਗ ਦੇ ਨਾਲ ਚਲਾਇਆ ਜਾ ਰਿਹਾ ਹੈ। ਇਸ ਵਕਤ ਸਾਡੇ ਨਾਲ ਬਾਬਾ ਨਿਰਮਲ ਦਾਸ ਜੀ, ਬਾਬੇ ਜੋੜੇ ਵਾਲੇ ਰਾਏਪੁਰ ਰਸੂਲਪੁਰ ਤੋਂ ਜੁੜ ਚੁੱਕੇ ਨੇ। ਸੋ ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ, ਅਸੀਂ ਚਾਹਾਂਗੇ ਕਿ ਇਹ ਜੋ ਹਾਲਾਤ ਨੇ ਦੁਨੀਆ ਦੇ, ਪਹਿਲਾਂ ਤਾਂ ਆਪ ਜੀ ਥੋੜੀ ਜਿਹੀ ਵਿਚਾਰ ਇਹਨਾਂ ਹਾਲਾਤਾਂ ਦੇ ਬਾਰੇ, ਕਿਵੇਂ ਦਾ ਹਾਲਾਤ ਬਣੇ ਹੋਏ ਨੇ ਇਸ ਵਕਤ ਸਾਡੇ ਸਾਰਿਆਂ ਵਾਸਤੇ। ਜੀ ਜੀ, ਧੰਨਵਾਦ ਜੀ ਆਪ ਜੀ ਦਾ। ਆਪ ਜੀ ਨੇ ਸਾਨੂੰ ਯਾਦ ਕੀਤਾ ਔਰ ਸੰਗਤਾਂ ਦੇ ਰੂਬਰੂ ਕਰ ਰਹੇ ਹੋ ਏਕ ਨੂਰ ਪ੍ਰੋਗਰਾਮ। ਔਰ ਗੁਰਪ੍ਰੀਤ ਜੀ, ਸਾਰਿਆਂ ਨੂੰ ਮੇਰੇ ਵੱਲੋਂ ਗੁਰੂ ਫਤਿਹ। ਔਰ ਅਸੀਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹੋਏ ਸਾਰੀਆਂ ਸੰਗਤਾਂ ਲਈ, ਵਿਸ਼ਵ ਭਰ ਦੀਆਂ ਸੰਗਤਾਂ ਲਈ ਪਹਿਲਾਂ ਤੋਂ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਇਹੋ ਹੀ ਹੁਕਮ ਕੀਤਾ ਕਿ ਆਪਣਾ ਭਲਾ ਤਦ ਹੋਏਗਾ ਜੇ ਅਸੀਂ ਦੂਸਰਿਆਂ ਦਾ ਭਲਾ ਮੰਨਾਂਗੇ। ਗੁਰੂ ਪਾਤਸ਼ਾਹ ਜੀ ਨੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਸਰਬੱਤ ਦੇ ਭਲੇ ਲਈ ਆਪ ਜੀ ਸਾਰੇ ਜਿਤਨੇ ਵੀ ਚੈਨਲ ਦੁਆਰਾ ਔਰ ਗੁਰੂ ਲੋਕ ਔਰ ਪਰਉਪਕਾਰੀ ਲੋਕ, ਜਿਗਿਆਸੂ ਜਨ ਔਰ ਦਾਨੀ ਲੋਕ, ਜਥੇਬੰਦੀਆਂ ਔਰ ਮਹਾਨ ਮਹਾਪੁਰਸ਼ ਜੋ ਇਸ ਕਾਰਜ ਲਈ ਜੁਟੇ ਹਨ। ਤੋ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਇਹ ਇੱਕ ਦੇਸ਼ ਦੇ ਵਿੱਚ ਨਹੀਂ ਹੈ, ਇਹ ਅਸੀਮ ਆ, ਸੀਮਾ ਨਹੀਂ ਇਸ ਦੀ। ਜੋ ਸਾਡੇ ਬ੍ਰਹਿਮੰਡ ਦੇ ਵਿੱਚ ਸੂਰਜ ਦੀ ਤਰ੍ਹਾਂ, ਜਿਸ ਤਰ੍ਹਾਂ ਸੂਰਜ ਆ ਸਾਰੇ ਪ੍ਰਕਾਸ਼ ਹੋ ਰਿਹਾ, ਉਸ ਤਰ੍ਹਾਂ ਇਹ ਜੋ ਕਰੋਨਾ ਵਾਇਰਸ ਸਾਰੇ ਵਿਸ਼ਵ ਭਰ ਦੇ ਵਿੱਚ ਇੱਕਦਮ ਪ੍ਰਗਟ ਹੋਇਆ ਔਰ ਕਿਸੇ ਨੂੰ ਮਰਿਆਦਾ ਵੀ ਨਹੀਂ, ਕਿਸੇ ਨੂੰ ਸੋਚਣ ਵੀ ਨਹੀਂ ਦਿੱਤਾ ਕਿ ਆਪਾਂ ਕੀ ਕਰਨਾ ਹੈ। ਤੋ ਇੱਕਦਮ ਇਸ ਬਿਮਾਰੀ ਦਾ, ਇਸ ਪਰੇਸ਼ਾਨੀ ਦਾ ਸਾਰੇ ਵਿਸ਼ਵ ਨੂੰ ਇੱਕਦਮ ਸਾਨੂੰ ਜਿਸ ਵੇਲੇ ਅਚਾਨਕ ਹੋ ਜਾਵੇ ਨਾ, ਕਹਿੰਦੇ ਅਚਿੰਤੇ ਬਾਜ ਪਏ। ਮਹਾਰਾਜ ਨੇ ਬਾਣੀ 'ਚ ਲਿਖਿਆ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ, ਜੋ ਮਨ ਚੇਤਨਾ ਚੇਤ ਸੰਸੋ ਰਾਬੀ, ਸੋ ਗਾਲੀ ਰੱਬ ਕੀਆਂ। ਉਹ ਨਰ ਚਾਹਤ ਕੁਛ ਔਰੇ ਕੀ ਔਰੇ ਭਈ, ਜਿਤਵਤ ਰਿਹੋ ਠਗੌਰ, ਨਾਨਕ ਖਾਸੀ ਗੱਲ ਭਰੀ। ਇਹ ਜੋ ਬਿਮਾਰੀ ਰੂਪੀ, ਪਰੇਸ਼ਾਨੀ ਰੂਪੀ ਜੋ ਸਾਡੇ ਗਲੇ ਦੇ ਵਿੱਚ, ਸਾਰਿਆਂ ਦੇ ਗਲੇ ਦੇ ਵਿੱਚ, ਇੱਕ ਦੇ ਨਹੀਂ ਵਿਸ਼ਵ ਭਰ ਦੀਆਂ ਜਿਤਨੀਆਂ ਵੀ ਸੰਗਤਾਂ ਹੈ, ਸਾਰਿਆਂ ਨੂੰ ਇੱਕਦਮ ਹੀ ਇਸ ਦਾ ਜਿਸ ਵੇਲੇ ਅਟੈਕ ਹੋਇਆ ਇਸ ਬਿਮਾਰੀ ਦਾ, ਤੋ ਸਾਡੇ ਸਾਰੇ ਹੀ ਵਿਸ਼ਵ ਭਰ ਦੀਆਂ ਸਰਕਾਰਾਂ ਨੇ ਹੁਕਮ ਕੀਤਾ ਕਿ ਤੁਸੀਂ ਜੋ ਲੌਕ ਕਰ ਦਿਓ ਸਾਰਿਆਂ ਨੂੰ ਇੱਕਦਮ। ਤੋ ਸਾਰੇ ਹੀ ਵਿਸ਼ਵ ਭਰ ਨੂੰ ਇੱਕਦਮ ਲੌਕ ਕਰ ਦਿੱਤਾ ਗਿਆ ਔਰ ਦੇਖਿਆ ਕਿ ਕੋਈ ਜੀਵ ਜੰਤੂ ਔਰ ਸਾਰਾ ਹੀ ਬ੍ਰਹਿਮੰਡ ਜੋ ਹੈ ਸੁੰਨ ਹੋ ਗਿਆ। ਸੁੰਨ ਮੁਨ ਨਗਰੀ ਪਈ। ਅਸੀਂ ਸੁਣਦੇ ਸੀ ਗੁਰੂ ਮਹਾਰਾਜ ਦੀਆਂ, ਮਹਾਰਾਜ ਸੁੰਨ ਮੁਨ ਨਗਰੀ ਸੁਣਦੇ ਸੀ। ਅੱਜ ਸਾਨੂੰ ਉਹਨਾਂ ਨੇ, ਮਹਾਰਾਜ ਨੇ ਅੱਖੀ ਦਿਖਾ ਦਿੱਤਾ ਕਿ ਇਸ ਤਰ੍ਹਾਂ ਸੁੰਨ ਮੁਨ ਸਾਰਾ ਬ੍ਰਹਿਮੰਡ ਵੀ ਹੋ ਸਕਦਾ। ਤੇ ਅੱਜ ਇਹ ਕੋਈ ਕੁਦਰਤ ਦੀ, ਇਹ ਕਿਸੇ ਇਨਸਾਨ ਦੀ ਗੱਲ ਨਹੀਂ ਹੈ, ਕਿਸੇ ਸਰਕਾਰ ਦੀ ਗੱਲ ਨਹੀਂ ਹੈ, ਇਹ ਕਿਸੇ ਦਾ ਕੀਤਾ ਹੋਇਆ ਨਹੀਂ ਹੈ। ਇਹ ਕੁਦਰਤ ਨੇ ਹੀ ਮਰਿਆਦਾ ਦੇ ਅਨੁਸਾਰ ਜੋ ਉਹਨਾਂ ਨੇ ਉਹਦਾ ਹੁਕਮ ਹੋਇਆ ਉਹ ਸਾਨੂੰ ਲਾਗੂ ਹੋਇਆ ਬ੍ਰਹਿਮੰਡ ਦੇ ਵਿੱਚ। ਤੋ ਅਸੀਂ ਪਹਿਲਾਂ ਤਾਂ ਸਵਾਗਤ ਵੀ ਕਰਦੇ ਹਾਂ ਕਿ ਕਿਸੇ ਗੱਲ ਦਾ ਕੋਈ ਕਾਰਨ ਹੁੰਦਾ, ਕਾਰਨ ਤੋਂ ਬਿਨਾਂ ਕਾਰਜ ਨਹੀਂ ਹੁੰਦਾ। ਪਰ ਇਹ ਜੋ ਕਾਰਨ ਹੋਇਆ, ਇਹ ਕੀ ਕਾਰਨ ਪਾਪੀ ਭਇਆ। ਗੁਰਬਾਣੀ ਦੇ ਵਿੱਚ ਲਿਖਿਆ, ਇਹ ਕੀ ਕਾਰਨ ਪਾਪੀ ਭਇਆ। ਇਹ ਜੋ ਕਾਰਨ ਹੋਇਆ, ਇਹ ਮੌਤ ਲੈ ਕੇ ਆਇਆ, ਇਹ ਲੋਕਾਂ ਦੀਆਂ ਪਰੇਸ਼ਾਨੀਆਂ ਲੈ ਕੇ ਆਇਆ ਔਰ ਸਾਰਾ ਹੀ ਥਰ ਥਰ ਕੰਬ ਰਿਹਾ ਹੈ, ਸਾਰਾ ਹੀ ਬ੍ਰਹਿਮੰਡ ਥਰ ਥਰ ਕੰਬ ਰਿਹਾ। ਇਹਦੇ ਤੇ ਬੜੇ ਜਿਤਨੇ ਵੀ ਸਾਡੀਆਂ ਸਰਕਾਰਾਂ ਸੀ, ਜਿਤਨੇ ਵੀ ਸਾਡੇ ਬ੍ਰਹਿਮੰਡ ਦੇ ਵਿੱਚ ਜਿੰਨਾ ਵੀ ਕੁਛ ਹੋ ਰਿਹਾ ਸੀ, ਉਹ ਇਹਨਾਂ ਤੋਂ ਅਸੀਮ ਆ। ਸਾਨੂੰ ਉਹਦੇ ਬਾਰੇ ਕੋਈ ਆਪਾਂ ਸੀਮਾ ਨਹੀਂ ਲਗਾ ਸਕਦੇ, ਅੰਦਾਜ਼ਾ ਨਹੀਂ ਲਗਾ ਸਕਦੇ। ਜੋ ਕੁਦਰਤ ਨੇ ਇਹ ਬ੍ਰਹਿਮੰਡ ਦੇ ਵਿੱਚ ਸਾਰੇ 'ਚ ਇਹ ਰਚਨਾ ਰਚੀ ਹੈ, ਵੀ ਅਸੀਂ ਵੀ ਰਚਨਾ ਕਹਿੰਦੇ ਇਸ ਗੱਲ ਨੂੰ। ਬਿਲਕੁਲ, ਜੇ ਆਪਾਂ ਧਾਰਮਿਕ ਤੌਰ ਤੇ ਦੇਖੀਏ ਤੇ ਖੇਡ ਤਾਂ ਸਾਰੀ ਉਸ ਕਰਤੇ ਦੀ ਹੀ ਹੁੰਦੀ ਹੈ, ਉਹਦੇ ਹੁਕਮ ਦੇ ਬਗੈਰ ਕੁਝ ਵੀ ਨਹੀਂ ਹੋ ਸਕਦਾ। ਪਰ ਇੱਕ ਗੱਲ ਜ਼ਰੂਰ ਮਹਿਸੂਸ ਹੁੰਦੀ ਹੈ ਕਿ ਬਹੁਤ ਵੱਡੀ ਜਿਹੜੀ ਹੈ, ਕਿਉਂਕਿ
ਜਿਵੇਂ ਗੁਰਬਾਣੀ ਦੇ ਵਿੱਚ ਕਈ ਵਾਰੀ ਥੋੜੀ ਤਾੜਨਾ ਵੀ ਮਹਾਰਾਜ ਕਰਦੇ ਨੇ ਕਿ ਨਦਰ ਉਪੱਠੀ ਜੇ ਕਰੇ ਜੇ ਸੁਲਤਾਨਾ ਕਾਉ ਕਰਾਏਂਦਾ। ਸੋ ਹਾਂ ਕੁਝ ਮੈਨੂੰ ਲੱਗਦਾ ਕੋਈ ਨਜ਼ਰ ਉਪੱਠੀ ਵਾਲੀ ਗੱਲ ਹੀ ਹੈ, ਕਿਉਂਕਿ ਇਨਸਾਨ ਜਿਹੜਾ ਸੀ ਉਹ ਮੈਨੂੰ ਲੱਗਦਾ ਕਿ ਜ਼ਿਆਦਾਤਰ ਰੱਬ ਦੀ ਹੋਣ ਤੋਂ ਹੀ ਮੁਨਕਰ ਹੋਇਆ ਪਿਆ ਸੀ, ਜਾਂ ਉਹਨਾਂ ਜਿਹੜੇ ਗੁਰੂ ਪੀਰਾਂ ਨੇ ਕੋਈ ਕਾਰਜ ਦੱਸੇ ਸੀ ਉਹ ਨਹੀਂ ਸੀ ਕਰ ਰਿਹਾ, ਉਹਦੇ ਉਲਟ ਕਰ ਰਿਹਾ ਸੀ, ਜੀ ਜੀ ਐਸਾ ਜੀ। ਮਹਿਸੂਸ ਹੁੰਦਾ ਹੈ। ਤੁਸੀਂ ਬਾਬਾ ਜੀ ਇਹਦੇ ਪਰਥਾਏ ਕੀ ਆਪਣੇ ਵੱਲੋਂ ਕਹਿਣਾ ਚਾਹੋਗੇ ਹਾਲਾਤਾਂ ਦੇ ਅਸੀਂ ਬਾਰੇ? ਤਾਂ ਅਸੀਂ ਤਾਂ ਇਸ ਹਾਲਾਤ ਦੇ ਬਾਰੇ, ਕਿਉਂਕਿ ਗੁਰੂ ਲੋਕਾਂ ਨੇ ਸਾਨੂੰ ਪਹਿਲਾਂ ਹੀ ਚੇਤਾਵਨੀਆਂ ਦਿੱਤੀਆਂ ਹੋਈਆਂ ਕਿ ਆਪਾਂ ਮਰਿਆਦਾ ਅਨੁਸਾਰ ਨਹੀਂ ਰਹਿ ਸਕੇ, ਆਪਾਂ ਮਰਿਆਦਾ ਦਾ ਪਾਲਣ ਨਹੀਂ ਕੀਤਾ। ਗੁਰੂ ਲੋਕਾਂ ਨੇ ਕਿਹਾ ਦੂਰੋਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ। ਹੱਥ ਨਾ ਮਿਲਾਓ, ਗਲਵਕੜੀ ਚ ਨਾ ਲਾਓ, ਔਰ ਪਿਆਰ ਦਿਓ, ਸੀਸ ਤੇ ਪਿਆਰ ਦਿਓ, ਜਿਹੜਾ ਪੂਤਾ ਮਾਤਾ ਕੀ ਅਸੀਸ। ਇਹ ਗੁਰੂ ਲੋਕਾਂ ਨੇ ਸਾਨੂੰ ਪਹਿਲਾਂ ਸਮਝਾਇਆ, ਪਰ ਅਸੀਂ ਗੁਰਪਿਤ ਮਾਤ ਕੀ ਬਾਤ ਨਾ ਮੰਨੀ, ਨਾ ਅਸੀਂ ਗੁਰੂ ਦੀ ਗੱਲ ਮੰਨੀ ਆ, ਨਾ ਅਸੀਂ ਬਾਣੀ ਦੀ ਗੱਲ ਮੰਨੀ ਆ। ਸਾਡੇ ਚ ਮਨਵਤ ਆਪਣੇ ਆਪ ਹੀ ਪਤਾ ਨਹੀਂ ਕਿੱਥੋਂ ਆ ਗਈ ਅਗਿਆਨਤਾ ਦੇ ਕਾਰਨ, ਕਿਉਂਕਿ ਅਸੀਂ ਸੰਗਤ ਨਹੀਂ ਕਰਦੇ ਚੰਗੇ ਪੁਰਸ਼ਾਂ ਦੀ, ਤੇ ਸਾਨੂੰ ਨਾ ਹੀ ਸੁਣਦੇ ਆ, ਨਾ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਆਉਂਦੇ ਆ। ਸੁਣਿਆ ਮੰਨਿਆ ਮਨ ਕੀਤਾ ਪਾਓ, ਜੋ ਗੁਰੂ ਲੋਕਾਂ ਨੇ ਕਿਹਾ ਨਾ ਉਹ ਸੁਣਿਆ, ਨਾ ਉਹ ਮੰਨਿਆ, ਨਾ ਆਪਣੇ ਜੀਵਨ ਦੇ ਵਿੱਚ ਲਿਆਂਦਾ। ਤੇ ਕੁਦਰਤ ਨੇ ਫਿਰ ਇੱਕ ਵਾਰੀ ਕਹਿ ਦਿੱਤਾ ਕਿ ਤੁਸੀਂ, ਮਹਾਰਾਜ ਕਹਿੰਦੇ ਕਿ ਬੰਦੇ ਬਣੋ। ਇੱਕ ਮਹਾਪੁਰਸ਼ ਸਾਨੂੰ ਕਹਿੰਦੇ ਉਹ ਬੰਦੇ ਬਣੋ, ਬੰਦੇ ਬਣੋ। ਔਰ ਸਾਡੇ ਨਾਲ ਹੋਰ ਸੇਵਾਦਾਰ ਸੀ, ਉਹ ਕਹਿੰਦੇ ਅਸੀਂ ਬੰਦੇ ਨਹੀਂ ਹੈਗੇ। ਇਹ ਬਾਬਾ ਜੀ ਹਰ ਵਕਤ ਬੰਦੇ ਬਣੋ ਬੰਦੇ ਬਣੋ ਬੰਦੇ ਬਣੋ ਕਹਿੰਦੇ ਰਹਿੰਦੇ ਆ। ਤੋ ਜਿਸ ਵੇਲੇ ਮਹਾਰਾਜ ਦੇ ਕੋਲ ਅਸੀਂ ਗਏ, ਉਹ ਕਹਿੰਦੇ ਓਏ ਤੁਸੀਂ ਬੰਦੇ ਬਣੋ। ਅਸੀਂ ਕਿਹਾ ਮਹਾਰਾਜ ਅਸੀਂ ਬੰਦੇ ਨਹੀਂ ਹੈਗੇ। ਕਹਿੰਦੇ ਨਹੀਂ, ਤੁਹਾਡੇ ਪੁੱਛਾਂ ਨਹੀਂ ਹੈਗੀਆਂ, ਤੁਸੀਂ ਜਾਨਵਰ ਆ। ਜਦੋਂ ਤੱਕ ਤੁਸੀਂ ਹੁਕਮ ਨਹੀਂ ਪਹਿਚਾਣਦੇ, ਜਦੋਂ ਤੱਕ ਮਾਲਕ ਦੀ ਬਾਣੀ ਦੇ ਨਾਲ ਨਹੀਂ ਜੁੜਦੇ, ਉਦੋਂ ਤੱਕ ਤੁਸੀਂ ਇਨਸਾਨ ਨਹੀਂ ਹੈ। ਤੋ ਕਰਤੂਤ ਪਸ਼ੂ ਕੀ ਮਾਨਸ ਜਾਤ। ਅਸੀਂ ਜਦੋਂ ਪੜ੍ਹਿਆ ਤੇ ਉਹ ਸੱਚੀ ਗੱਲ ਹੋਈ ਮਹਾਪੁਰਸ਼ਾਂ ਦੀ, ਕਰਤੂਤ ਪਸ਼ੂ ਕੀ ਮਾਨਸ ਜਾਤ। ਅਸੀਂ ਕਿਉਂਕਿ 6 ਚੀਜ਼ਾਂ ਇਨਸਾਨ ਜੋ ਸਾਰੇ ਹੀ ਬ੍ਰਹਿਮੰਡ ਦੇ ਵਿੱਚ ਹੈ, ਨਰਨ ਗਿਆਨ ਨਿਜਦਕਤਾ। ਨਿੰਦਰਾ ਸਾਨੂੰ ਵੀ ਆਉਂਦੀ ਆ, ਪਸ਼ੂਆਂ ਨੂੰ ਵੀ ਆਉਂਦੀ ਆ। ਨਿੰਦਰਾ ਭੋਜਨ ਅਸੀਂ ਵੀ ਛਕਦੇ ਆ, ਉਹ ਵੀ ਛਕਦੇ ਆ। ਨਿੰਦਰਾ ਭੋਜਨ ਭੋਗ, ਸਾਡੇ ਵੀ ਸੰਤਾਨ ਹੈ, ਉਹਨਾਂ ਦੀ ਵੀ ਸੰਤਾਨ ਹੈ। ਤੋ ਨਿੰਦਰਾ ਭੋਜਨ ਭੋਗ ਭੈ ਸਾਨੂੰ ਵੀ ਲੱਗਦਾ, ਵੱਡੇ ਡਰਦੇ ਅਸੀਂ ਵੀ ਆ, ਜਾਨਵਰ ਵੀ ਡਰਦੇ ਆ। ਪਰ ਮਹਾਰਾਜ ਕਹਿੰਦੇ ਨਰਨ ਗਿਆਨ ਨਿਜਦਕਤਾ, ਗਿਆਨ ਬਿਨਾ ਪਸ਼ੂ ਜਾਨ। ਜਦੋਂ ਤੱਕ ਅਸੀਂ ਗੁਰਬਾਣੀ ਦੇ ਅਨੁਸਾਰ, ਜੋ ਗੁਰੂ ਲੋਕਾਂ ਨੇ ਸਾਨੂੰ ਦੱਸਿਆ ਉਹਦੇ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ, ਉਦੋਂ ਤੱਕ ਅਸੀਂ ਪਸ਼ੂ ਹੀ ਆ। ਤੇ ਸੰਤ ਮਹਾਪੁਰਸ਼ ਕਹਿੰਦੇ ਇਨਸਾਨ ਬਣੋ, ਤੇ ਅਸੀਂ ਇਨਸਾਨੀਅਤ ਭੁੱਲ ਗਏ। ਅਸੀਂ ਆਪਣੀਆਂ ਹੀ ਮਨਵਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਅੱਜ ਸਾਨੂੰ ਸਾਹਮਣੇ ਮਹਾਰਾਜ ਨੇ ਇਸ ਤਰ੍ਹਾਂ ਦਾ ਸਤਿਯੁਗ ਦਿਖਾ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਰਹਿਣਾ। ਇਹਨੂੰ ਬੇਗਮਪੁਰਾ ਕਹਿੰਦੇ ਆ, ਇਹਨੂੰ ਸੱਚਖੰਡ ਕਹਿੰਦੇ ਆ। ਜਿਸ ਤਰ੍ਹਾਂ ਅੱਜ ਸਾਰੀ ਹੀ ਦੁਨੀਆ ਹੁਕਮ ਮੰਨ ਕੇ ਆਪਣੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਅੱਜ ਸੂਰਜ ਚੰਦਰਮਾ ਜੇ ਭੈ ਦੇ ਵਿੱਚ ਹੈ, ਆਗਿਆ ਦੇ ਵਿੱਚ ਹੈ, ਤੇ ਤੂੰ ਕਿਉਂ ਨਹੀਂ ਮੰਨ ਰਿਹਾ ਆਗਿਆ ਮਾਲਕ ਦੀ? ਤੂੰ ਕਿਉਂ ਨਹੀਂ ਹੁਕਮ ਮੰਨ ਰਿਹਾ? ਤੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇਹ ਸਾਰਾ ਬ੍ਰਹਿਮੰਡ ਜਿਹੜਾ ਹੈ ਹੁਕਮ ਦੇ ਵਿੱਚ ਹੈ, ਤੂੰ ਕਿਉਂ ਨਹੀਂ ਮੰਨ ਰਿਹਾ? ਬੰਦਾ ਹੀ ਨਹੀਂ ਮੰਨ ਰਿਹਾ। ਇਸ ਕਰਕੇ ਬੰਦਿਆਂ ਨੂੰ ਹੀ ਬਿਮਾਰੀ ਆਈ ਆ, ਪਸ਼ੂਆਂ ਨੂੰ ਨਹੀਂ ਆਈ। ਕਿਸੇ ਜਾਨਵਰ ਨੂੰ, ਪਕਸ਼ੀ ਨੂੰ, ਕਿਸੇ ਨੂੰ ਕੋਈ ਬਿਮਾਰੀ ਨਹੀਂ ਆਈ। ਤੇ ਜੇ ਉਹਨਾਂ ਨੂੰ ਕਿਤੇ ਆ ਜਾਂਦੀ ਤੇ ਬੰਦਾ ਤਾਂ ਅੱਜ ਤੇ ਲੱਭਣਾ ਨਹੀਂ ਸੀਗਾ। ਕੁਦਰਤ ਨੇ ਬੰਦੇ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਜੇ ਬਾਣੀ ਦੇ ਨਾਲ ਨਹੀਂ ਉਹ ਗਿਆਨ ਇੰਨਾ ਪ੍ਰਾਪਤ ਕਰਕੇ ਫਿਰ ਨਹੀਂ ਬੰਦਾ ਬਣਿਆ। ਇੱਕ ਦ੍ਰਿਸ਼ਟ ਕਰ ਸਮਸਾ ਜਾਣੇ, ਬੰਦਾ ਕਹੀਏ ਸੋਏ। ਤੇ ਆਪਾਂ ਇਨਸਾਨੀਅਤ ਨੂੰ ਭੁੱਲ ਗਏ, ਆਪਾਂ ਆਪਣੇ ਆਪ ਨੂੰ ਭੁੱਲ ਗਏ, ਗੁਰੂਆਂ ਦੀ ਬਾਣੀ ਭੁੱਲ ਗਏ, ਗੁਰੂਆਂ ਦੀ ਆਗਿਆ ਭੁੱਲ ਗਏ। ਇਸ ਕਰਕੇ ਸਾਨੂੰ ਇਹ ਸਜ਼ਾ ਦਿੱਤੀ ਮਾਲਕ ਨੇ। ਇਹ ਸਾਨੂੰ ਸੰਕੇਤ ਆ, ਸਾਨੂੰ ਇਹ ਮਹਾਰਾਜ ਦਾ ਹੁਕਮ ਆ, ਜੋ ਸਾਨੂੰ ਸੰਸਾਰ ਭਰ ਦੇ ਵਿੱਚ ਇੱਕ ਦੇਸ਼ ਵਿੱਚ ਨਹੀਂ ਹੋਇਆ, ਇੱਕ ਘਰ ਵਿੱਚ ਨਹੀਂ ਹੋਇਆ। ਜੋ ਬ੍ਰਹਿਮੰਡੇ ਸੋਈ ਪੰਡੇ, ਜੋ ਸਾਡੇ ਘਰ ਵਿੱਚ ਹੋਇਆ ਉਹੀ ਬ੍ਰਹਿਮੰਡ ਦੇ ਵਿੱਚ ਹੋਇਆ। ਇਸ ਕਰਕੇ ਹੁਣ ਸਾਨੂੰ ਸਮਝਣ ਦੀ ਲੋੜ ਆ। ਤੇ ਜੇ ਹੁਣ ਨਾ ਸਮਝੇ ਤੇ ਫਿਰ ਕਦੀ ਵੀ ਬੰਦਾ ਨਹੀਂ ਸਮਝ ਸਕਦਾ। ਤੇ ਮਾਲਕ ਦਾ ਬਹੁਤ ਵੱਡੀ, ਬਿਲਕੁਲ ਬਾਬਾ ਜੀ ਜਿਹੜੀ ਆਪ ਜੀ ਬਚਨ ਕਰਦੇ ਪਏ ਹੋ, ਬਹੁਤ ਵੱਡੀ ਮਾਰ ਹੈ। ਕੋਈ ਵੇਖੋ 1.25 ਲੱਖ 1.5 ਲੱਖ ਦੇ ਕਰੀਬ ਜਿਹੜੀਆਂ ਨੇ ਜਾਨਾਂ ਇਹਦੇ ਕਾਰਨ ਜਾ ਰਹੀਆਂ ਨੇ ਦੁਨੀਆ ਦੇ ਵਿੱਚ। ਕਿੰਨੇ ਲੱਖ ਲੋਕ ਜਿਹੜੇ ਨੇ ਇਸ ਬਿਮਾਰੀ ਦੀ ਗ੍ਰਿਫਤ ਚ ਆ ਚੁੱਕੇ ਨੇ। ਬੜੀਆਂ ਬੜੀਆਂ ਪਿਆਰੀਆਂ ਰੂਹਾਂ ਜਿਹੜੀਆਂ ਨੇ ਉਹ ਸਾਡੇ ਤੋਂ ਵਿਛੜ ਰਹੀਆਂ ਨੇ ਇਹਦੇ ਕਾਰਨ। ਪਰ ਅਜੇ ਵੀ ਮੈਂ ਦੇਖ ਰਿਹਾ ਸਾਡੇ ਜਿਹੜੇ ਕੁਝ ਲੋਕ ਐਸੇ ਨੇ ਬਾਬਾ ਜੀ, ਮੈਂ ਮਹਿਸੂਸ ਕਰ ਰਿਹਾ ਕਿ ਅਜੇ ਵੀ ਇਹਦੇ ਤੋਂ ਮੱਤ ਨਹੀਂ ਲੈ ਰਹੇ। ਉਹ ਅਜੇ ਵੀ ਹਰਨਾਕਸ਼ਵਾਰੀ ਆਪਣੀ ਬਿਰਤੀ ਨਹੀਂ ਛੱਡਦੇ ਪਏ।
ਜਿੱਦਾਂ ਜੀ ਹਰਨਾਕਸ਼ ਸੀ ਨਾ, ਕਿ ਉਹ ਮੈਂ ਹੀ ਸਾਰਾ ਕੁਝ ਹਾਂ, ਜਿਹਦੇ ਕੋਲ ਥੋੜੀ ਜਿਹੀ ਤਾਕਤ ਆ ਜਾਂਦੀ ਉਹ ਸਮਝਦਾ ਕਿ ਮੈਂ ਹੀ ਰੱਬ ਹਾਂ। ਜੀ ਤੇ ਜੀ ਅੱਜ ਵੀ ਸਮਾਜ ਦੇ ਵਿੱਚ ਕੁਝ ਲੋਕ ਐਸੇ ਨੇ, ਕੁਝ ਤਾਂ ਅਜੇ ਵੀ ਇਹ ਬਿਮਾਰੀ ਨੂੰ ਵੀ ਧਰਮਾਂ 'ਚ ਵੰਡੀ ਜਾ ਰਹੇ ਆ, ਇੱਕ ਦੂਜੇ ਦੇ ਖਿਲਾਫ ਜਿਹੜੀ ਅੰਦਰ ਜ਼ਹਿਰ ਭਰੀ ਆ ਨਾ, ਉਹ ਅਜੇ ਕੁਝ ਲੋਕਾਂ ਦੀ ਅਜੇ ਵੀ ਨਹੀਂ ਮੁੱਕਦੀ ਨਜ਼ਰ ਆ ਰਹੀ। ਉਹਨਾਂ ਪਰਥਾਏ ਕੀ ਕਹਿਣਾ ਚਾਹੋਗੇ ਜਿਹੜੇ ਅਜੇ ਵੀ ਇੱਕ ਦੂਜੇ ਨਾਲ ਨਫ਼ਰਤਾਂ ਫੈਲਾ ਰਹੇ ਨੇ? ਦੇਖੋ, ਹੁਣ ਨਾ ਨਫ਼ਰਤ ਦਾ ਜਾਂ ਇਹਦਾ ਕਿੰਤੂ ਪਰੰਤੂ ਕਰਨ ਦਾ ਸਮਾਂ ਨਹੀਂ ਹੈ। ਹੁਣ ਤਾਂ ਸਮਾਂ ਹੈ ਕਿ ਦੂਸਰਿਆਂ ਲਈ ਆਪਾਂ ਕਿੱਦਾਂ ਉਹਨਾਂ ਦਾ ਬਚਾਅ ਕਰਨਾ, ਆਪਾਂ ਕਿੱਦਾਂ ਰਹਿਣਾ, ਦੂਸਰਿਆਂ ਦੀ ਹਿਫਾਜ਼ਤ ਕਿੱਦਾਂ ਕਰਨੀ ਹੈ, ਇਹ ਦੁੱਖ ਨੂੰ ਕਿੱਦਾਂ ਅਸੀਂ ਵਡਾਉਣਾ ਆ। ਕਿਉਂਕਿ ਸੰਸਾਰ ਦੇ ਵਿੱਚ ਜਿਹੜੀਆਂ ਹੋਰ ਵੱਡੀਆਂ ਕੰਟਰੀਆਂ ਹੈ ਨਾ, ਉਹਦੇ ਵਿੱਚ ਗੌਰਮੈਂਟਾਂ ਇੱਕ ਦੂਜੇ ਦੀ ਮਦਦ ਕਰਦੀਆਂ, ਔਰ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਆਈ ਜਾਂਦੇ, ਪਦਾਰਥ ਆਈ ਜਾਂਦੇ, ਸਾਰਾ ਕੁਝ ਆਈ ਜਾਂਦਾ। ਸਾਡਾ ਜੋ ਭਾਰਤ ਹੈ, ਜੋ ਸਾਡਾ ਪੰਜਾਬ ਹੈ, ਇੱਥੇ ਦੀ ਮਰਿਆਦਾ ਹੋਰ ਆ। ਇੱਥੇ ਲੋਕਾਂ ਦੇ ਕੋਲ ਜਿਹੜਾ ਰੱਖਿਆ ਹੋਇਆ ਇਹਨਾਂ ਨੂੰ ਜਮ੍ਹਾਂ ਕਰਕੇ, ਹੁਣ ਉਹ ਜਿਹੜਾ ਆ ਉਹ ਸਾਨੂੰ ਚਾਹੀਦਾ ਕਿ ਆਪਾਂ ਦੂਸਰਿਆਂ ਵਾਸਤੇ ਉਹ ਦਈਏ। ਕਿਉਂਕਿ ਸਰਤਾ ਨਾ ਅਚੇ ਆਪਣੇ ਜਲ ਕੋ, ਮਹਾਰਾਜ ਕਹਿੰਦੇ ਕਿ ਜਿਹੜੀ ਨਦੀ ਹੈ ਨਾ, ਉਹ ਕਦੀ ਆਪ ਜਲ ਨਹੀਂ ਪੀਂਦੀ। ਸਰਤਾ ਨਾ ਅਚੇ ਆਪਣੇ ਜਲ ਕੋ, ਨਾ ਕਦਾਪੀ ਭਖੇ ਬ੍ਰਿਕਸ਼ ਸਵੈ ਫਲ ਕੋ। ਜਿਹੜਾ ਬ੍ਰਿਕਸ਼ ਆ ਉਹ ਕਦੀ ਫਲ ਨਹੀਂ ਖਾਂਦਾ, ਉਹ ਦੂਸਰਿਆਂ ਵਾਸਤੇ ਰੱਖਦਾ, ਪੱਥਰ ਖਾ ਕੇ ਸਾਰੀ ਧੁੱਪ ਛਾਂ ਸਹਾਰ ਕੇ ਫਿਰ ਵੀ ਦੂਸਰਿਆਂ ਨੂੰ ਫਲ ਦਿੰਦਾ। ਤੋ ਸਰਤਾ ਨਾ ਅਚੇ ਆਪਣੇ ਜਲ ਕੋ, ਨਾ ਸਸ ਕੋ, ਨਾ ਕਭੀ ਅੰਬਰ ਭਖ ਹੈ। ਜਿਹੜਾ ਵਰਖਾ ਨਾ ਕਦੀ ਉਹ ਖੇਤੀ ਨੂੰ ਨਹੀਂ ਖਾਂਦੀ। ਤੇ ਧਨ ਤਿਉ ਪਰਹੇਤ ਬੜੋ ਰੱਖ ਹੈ। ਇਸ ਕਰਕੇ ਜਿਨ੍ਹਾਂ ਦੇ ਕੋਲ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਇਸ ਵੇਲੇ ਕਾਰੂ ਬਾਦਸ਼ਾਹ ਦੇ ਕੋਲ ਗਏ, ਉਹ ਕਹਿੰਦੇ ਕਿ ਹੁਣ ਸੋਚਣ ਦੀ ਗੱਲ ਨਹੀਂ ਹੈ, ਤੈਨੂੰ ਇਕੱਠੇ ਕਰਨ ਦੀ ਇਕੱਠੇ ਨਹੀਂ ਕਰਨਾ, ਹੁਣ ਦੇਣ ਦੀ ਗੱਲ ਹੈ। ਤੋ ਕੀਚੇ ਨੇਕ ਨਾਮੀ ਜੋ ਦੇਵੇ ਖੁਦਾਏ, ਜੋ ਦੀਸੇ ਜਮੀ ਪਰ ਸੋ ਸੀ ਫਨਾਏ। दाएं बदौलत कशे बेशुमार, न रहेंगे करोड़ी न रहेंगे हजार। दमड़ा तिसी का जो खर्चिया खाए, देवे दरावे रजावे खुदाए। होता ना राखे अकेला ना खाए, तहकीक दिलदानी वही पिसत जाए। ਇਹ ਦੁਨੀਆ ਦੇ ਲੋਕੋ, ਜਿਹੜਾ ਤੁਹਾਡੇ ਕੋਲ ਹੈ ਅੱਜ ਗਰੀਬਾਂ ਵਿੱਚ ਵੰਡ ਦਿਓ, ਜਿਹੜੇ ਲੋੜਵੰਦ ਆ ਉਹਨਾਂ ਨੂੰ ਦੇ ਦਿਓ। ਇਹ ਕਿੰਤੂ ਪਰੰਤੂ ਛੱਡ ਕੇ ਇਨਸਾਨ ਬਣੋ ਔਰ ਇਨਸਾਨੀਅਤ ਦੀ ਸੇਵਾ ਕਰੋ, ਕਿਉਂਕਿ ਇਹ ਖਲਕ ਮੈਂ ਖਲਕ ਵਸੇ ਰੱਬ ਮਾਹੇ। ਇਹ ਦੁਨੀਆ ਦੇ ਵਿੱਚ ਪਰਮਾਤਮਾ ਵਸਦਾ। ਅੱਜ ਸਾਨੂੰ ਇਹਨਾਂ ਕਿੰਤੂ ਪਰੰਤੂ ਜਾਂ ਹੋਰ ਗੱਲਾਂ ਕਰਨ ਦੀ ਲੋੜ ਨਹੀਂ। ਹੁਣ ਤਾਂ ਆਪਾਂ ਇਹਨਾਂ ਨੂੰ ਬਚਾਉਣਾ ਆ, ਉਹਦੀ ਸ੍ਰਿਸ਼ਟੀ ਨੂੰ ਬਚਾਉਣਾ, ਆਪ ਬਚਣਾ। ਤੇ ਜਿੱਦਾਂ ਸਰਕਾਰਾਂ ਕਹਿੰਦੀਆਂ ਆ ਕਿ ਤੁਸੀਂ ਆਪਣਾ ਡਿਸਿਪਲਨ ਜਿੱਦਾਂ ਮੁੱਖ ਢੱਕ ਕੇ ਰੱਖਣਾ, ਆਪਣੇ ਹੱਥ ਧੋ ਕੇ ਰੱਖਣੇ, ਸਾਰੀ ਕਿਰਿਆ ਸਾਫ਼ ਰੱਖਣੀ, ਕੱਪੜੇ ਸਾਫ਼ ਰੱਖਣੇ, ਇੱਕ ਦੂਸਰੇ ਦੂਸਰੀ ਬਣਾ ਕੇ ਰੱਖਣੀ। ਅੱਜ ਆਪਾਂ ਨੂੰ ਇਹ ਲਾਗੂ ਕਰਨ ਦੀ ਜ਼ਰੂਰਤ ਹੈ, ਨਾ ਕਿ ਕਿੰਤੂ ਪਰੰਤੂ ਕਰਨ ਦੀ। ਕਿੰਤੂ ਪਰੰਤੂ ਨੂੰ ਬਹੁਤ ਸਮਾਂ ਹੈ। ਤੇ ਹੁਣ ਤਾਂ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਆ ਕਿ ਤੁਸੀਂ ਇਹੜ ਤੇਹੜ ਛੱਡ ਕੇ ਗੁਰ ਕਾ ਸ਼ਬਦ ਕਮਾਏ। ਇਹ ਗੱਲਾਂ ਛੱਡ ਕੇ ਹੁਣ ਤੁਸੀਂ ਗੁਰੂ ਦਾ ਸ਼ਬਦ ਕਮਾਓ, ਤੁਸੀਂ ਗੁਰੂ ਦੇ ਸ਼ਬਦ ਨਾਲ ਲੱਗੋ, ਤੁਸੀਂ ਇਨਸਾਨੀਅਤ ਦਾ ਭਲਾ ਕਰੋ। ਜਿਹੜੇ ਲੋੜਵੰਦ ਆ ਉਹਨਾਂ ਨੂੰ ਤੁਸੀਂ ਆਪਣਾ ਜੋ ਵੀ ਤੁਹਾਡੇ ਕੋਲ ਹੈ ਉਹ ਦੇ ਦਿਓ। ਹੁਣ ਜਿਸ ਤਰ੍ਹਾਂ ਪਾਣੀ ਖੂਹ ਦੇ ਵਿੱਚ ਹੁੰਦਾ ਨਾ, ਉਹ ਜੇ ਨਾ ਕੱਢੀਏ ਤਾਂ ਸੜ ਜਾਂਦਾ, ਤੇ ਜੇ ਉਹ ਨਿਕਲੇ ਤੇ ਫਿਰ ਉਹ ਪਵਿੱਤਰ ਹੁੰਦਾ। ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ, ਜਿਨ੍ਹਾਂ ਦੇ ਕੋਲ ਕੁਛ ਹੈ ਉਹ ਅੱਜ ਇਹਨਾਂ ਲੋਕਾਂ ਵਾਸਤੇ, ਉਹਨਾਂ ਲੋਕਾਂ ਨੂੰ ਉਹ ਦੇ ਦਿਓ ਤਾਂ ਕਿ ਉਹਨਾਂ ਦਾ ਪੇਟ ਭਰੇ। ਅੱਜ ਸਾਡੇ ਪੰਜਾਬ ਦੇ ਵਿੱਚ ਨਹੀਂ, ਸਾਡੇ ਹਿੰਦੁਸਤਾਨ ਦੇ ਸਾਰੇ ਭਾਰਤ ਦੇ ਵਿੱਚ ਉਹ ਲੋਕ ਹੈ। ਇਹ ਸਰਕਾਰਾਂ ਬਹੁਤ ਬੜੀਆਂ ਡੀਂਗਾਂ ਮਾਰਦੀਆਂ, ਪਰ ਇਹਨਾਂ ਨੇ ਉਹ ਜਿੰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਦੁਨੀਆ ਤੜਫ ਰਹੀ ਆ। ਉਹ ਇੱਕ ਮਰਲੇ ਦੇ ਵਿੱਚ 10-10 ਬੰਦੇ ਇਕੱਠੇ ਹੋਏ ਆ, ਔਰ ਉਹਨਾਂ ਨੂੰ ਰੋਟੀ ਪਾਣੀ ਚਾਹੀਦਾ ਪੇਟ ਭਰ ਕੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਸੇਵਕ ਸਿੱਖ ਸਭੇ ਕਰਤਾਰਾ, ਸੁਖੀ ਵਸੇ ਮੋਰੋ ਪਰਿਵਾਰਾ। ਆਪਾਂ ਤਾਂ ਹੁਣ ਇਹਨਾਂ ਲਈ ਸੁੱਖ ਦੀ ਸਾਧਨਾ ਕਰਨੀ ਆ, ਔਰ ਸੁੱਖ ਲਈ ਆਪਾਂ ਇਹ ਯਤਨ ਕਰਨਾ ਕਿ ਆਪਣੀ ਗੁਰੂ ਮਹਾਰਾਜ ਦੀ ਜੋ ਜਿੰਨੀ ਵੀ ਇਹ ਕਾਇਨਾਤ ਆ, ਇਨਸਾਨੀਅਤ ਆ, ਇਹਨਾਂ ਨੂੰ ਆਪਾਂ ਬਚਾਉਣਾ ਕਿੱਦਾਂ। ਇਹਨਾਂ ਗੱਲਾਂ ਨੂੰ ਛੱਡ ਕੇ ਆਪਾਂ ਹੁਣ ਬਚਾਉਣ ਵੱਲ ਸਮਾਂ ਦਈਏ। ਉਹਨਾਂ ਦੀ ਸੋਚੀਏ ਕਿ ਸਾਡੇ ਹੀ ਭਰਾ ਹੈਗੇ, ਸਾਡੀ ਹੀ ਸੰਤਾਨ ਆ। ਇਨਸਾਨੀਅਤ ਸਾਰੀ ਆਪਾਂ ਇਨਸਾਨੀਅਤ ਦੇ ਵਿੱਚ ਆਏ ਆ। ਆਪਾਂ ਇਹਨਾਂ ਦੀ ਕਿੱਦਾਂ ਇਹਨਾਂ ਦਾ ਬਚਾਅ ਕਰਨਾ, ਔਰ ਕਿਸ ਤਰ੍ਹਾਂ ਇਹਨਾਂ ਨੂੰ ਸੁੱਖ ਹੋਵੇ, ਕਿੱਦਾਂ ਬਿਮਾਰੀ ਤੋਂ ਦੂਰ ਹੋਣ, ਕਿੱਦਾਂ ਆਪਾਂ ਸਮੇਂ ਦੇ ਨਾਲ ਵਿਰੋਧ ਕਰ ਸਕਦੇ ਆ। ਇਸ ਕਰਕੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ। ਜੀ ਬਿਲਕੁਲ ਬਿਲਕੁਲ ਬਾਬਾ ਜੀ, ਇਹ ਸਮਾਂ ਜਿਹੜਾ ਹੈ ਕਿ ਇਹ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ, ਜੋ ਗੁਰੂ ਕਲਗੀਧਰ ਪਾਤਸ਼ਾਹ ਦਾ ਉਪਦੇਸ਼ ਸੀਗਾ, ਉਸ ਨੂੰ ਲੈ ਕੇ ਚੱਲਣ ਦਾ ਸਮਾਂ। ਕਿਉਂਕਿ ਮਾਲਕ ਨੇ ਸਾਨੂੰ ਇਹ ਦਰਸਾ ਦਿੱਤਾ ਕਿ ਤੂੰ ਇਕੱਲਾ ਇਸ ਬਿਮਾਰੀ ਤੋਂ ਬਚ ਵੀ ਨਹੀਂ ਸਕਦਾ। ਜੇ ਤੂੰ ਸੋਚੇ ਕਿ ਤੂੰ ਇਕੱਲਾ ਬਚ ਕੇ ਬੈਠਾ ਰਹੇਗਾ ਤਾਂ ਕਿੰਨਾ ਚਿਰ ਬੈਠਾ ਰਹੇਗਾ। ਜੇ ਗਵਾਂਢੀ ਨੂੰ ਬਿਮਾਰੀ ਆ ਤੇ ਤੂੰ ਸੇਫ ਨਹੀਂ ਹੈਗਾ। ਜੇ ਤੇਰੇ ਪਿੰਡ 'ਚ ਬਿਮਾਰੀ ਆ ਤੂੰ ਸੇਫ ਨਹੀਂ ਹੈਗਾ। ਜੇ ਤੇਰੇ ਸ਼ਹਿਰ 'ਚ ਆ ਤੂੰ ਸੇਫ ਨਹੀਂ ਹੈਗਾ। ਜੇ ਤੇਰੇ ਸਟੇਟ ਦੇ ਵਿੱਚ ਬਿਮਾਰੀ ਆ ਤੂੰ ਸੇਫ ਨਹੀਂ ਹੈਗਾ। ਜੇ ਤੇਰੇ ਗੁਆਂਢੀ ਮੁਲਕ 'ਚ ਬਿਮਾਰੀ ਆ ਤਾਂ ਵੀ ਤੂੰ ਸੇਫ ਨਹੀਂ।
ਜੀ 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 ਸੋ ਇਹ ਜਿਹੜਾ ਸਾਨੂੰ, ਮੈਨੂੰ ਲੱਗਦਾ ਕਿ ਜਿਹੜਾ ਗੁਰੂ ਸਾਹਿਬਾਨ ਦਾ ਸੰਦੇਸ਼ ਸੀਗਾ ਨਾ, ਉਹਨੂੰ ਹੁਣ ਮਤਲਬ ਜਿੱਦਾਂ ਸਟ੍ਰਿਕਟਲੀ ਜਿੱਦਾਂ ਕੁਦਰਤ ਸਾਨੂੰ ਸਮਝਾ ਰਹੀ ਹੈ ਕਿ ਤੁਹਾਨੂੰ ਪਿਆਰ ਨਾਲ ਸਮਝਾਇਆ ਸੀ ਕਿ ਇਸ ਢੰਗ ਨਾਲ ਰਹੋ, ਪਰ ਤੁਸੀਂ ਨਹੀਂ ਰਹੇ। ਆਹ ਦੇਖ ਲਓ, ਜਦੋਂ ਤੱਕ ਤੁਸੀਂ ਸਾਰੇ ਇੱਕ ਦੂਜੇ ਦੀ ਸੰਭਾਲ, ਇੱਕ ਦੂਜੇ ਦਾ ਖਿਆਲ ਨਹੀਂ ਰੱਖੋਗੇ, ਉਦੋਂ ਤੱਕ ਤੁਸੀਂ ਨਹੀਂ ਬਚ ਸਕਦੇ। ਮੈਨੂੰ ਲੱਗਦਾ ਕਿ ਇਹ ਸੰਦੇਸ਼ ਇਸ ਬਿਮਾਰੀ ਨੇ ਸਾਨੂੰ ਦਿੱਤਾ। ਜੀ 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 ਆਪਾਂ ਇਹਦੇ ਲਈ ਦੇਖੋ, ਗੁਰੂ ਮਹਾਰਾਜ ਦੇ ਚਰਨਾਂ 'ਚ ਸਭ, ਆਪਣੇ ਕੋਲ ਕੋਈ ਵੀ ਇਸ ਤਰ੍ਹਾਂ ਹੀਲਾ ਨਹੀਂ ਹੈਗਾ ਜਿਹੜਾ ਆਪਾਂ ਇਹਨਾਂ ਨੂੰ ਬਚਾ ਸਕੀਏ। ਸਾਡੇ ਕੋਲ ਬਹੁਤ ਵੱਡਾ ਇਤਿਹਾਸ ਹੈ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਸਭ ਤੋਂ ਪਹਿਲਾਂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਸ ਤਾਂ ਕੋ ਬਿਗਨ ਨ ਕੋਉ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਇਹ ਤਿੰਨ ਤਾਪ ਜਿਹੜੇ ਆ ਇਹ ਅਰਦਾਸ ਦੇ ਨਾਲ ਹੀ ਠੀਕ ਹੋ ਜਾਂਦੇ ਆ। ਤੇ ਸਭ ਤੋਂ ਵੱਡਾ ਸਾਨੂੰ ਸਹਾਰਾ ਹੈ ਅਰਦਾਸ ਦਾ। ਉਸ ਤੋਂ ਬਾਅਦ ਜਿਹੜੇ ਵੀ ਨਿਯਮ ਹੈ, ਨਿਯਮ ਦਾ ਪਾਲਣ ਨਹੀਂ ਜਿਹੜਾ ਕਰਦਾ, ਉਹ ਕਦੀ ਕਾਮਯਾਬ ਨਹੀਂ ਹੋ ਸਕਦਾ। ਤੇ ਬਿਮਾਰੀ ਤਾਂ ਉਹਦੇ ਦਰ ਤੋਂ ਵੀ ਨਜ਼ਦੀਕ। ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇਰੇ। ਇਹ ਜਿੰਨੀਆਂ ਵੀ ਬਿਮਾਰੀ ਹੈ, ਜੋ ਕੁਝ ਵੀ ਹੈਗਾ, ਤੁਹਾਡੀਆਂ ਦੇਹ ਇੰਦਰੀਆਂ ਦੇ ਨਾਲ ਜੁੜੀਆਂ ਹੋਈਆਂ। ਇਹ ਤੁਹਾਡੀਆਂ ਤਦੀ ਕਹਿੰਦੇ ਅੱਖਾਂ ਬਚਾਓ, ਨਾਸਕਾਂ ਬਚਾਓ, ਮੁੱਖ ਬਚਾਓ, ਕਿਉਂਕਿ ਇਹ ਸਾਰੀਆਂ ਦੇਹ ਇੰਦਰੀਆਂ ਇਹਨਾਂ ਦੁਆਰਾ ਹੀ ਸਾਰਾ ਕੁਝ ਜਾਣਾ ਅੰਦਰ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇਰੇ। ਜੇ ਪ੍ਰਮਾਤਮਾ ਤੁਹਾਡੇ ਇੰਨਾ ਨਜ਼ਦੀਕ ਆ ਤਾਂ ਉਹਦੀ ਪ੍ਰਕਿਰਤੀ ਵੀ ਉਹਦੇ ਨਾਲ ਹੀ ਆ। ਇਸ ਕਰਕੇ ਆਪਾਂ ਜਿਹੜੇ ਨਿਯਮ ਹੈ ਉਹਨੂੰ ਪਹੁੰਚਾਉਣਾ ਚਾਹੀਦਾ। ਉਹ ਆਪਾਂ ਨਿਯਮ ਆਪਣੇ ਅਪਣਾ ਕੇ, ਤੇ ਸਭ ਤੋਂ ਪਹਿਲਾਂ ਮਰਿਆਦਾ ਜਿਹੜੀ ਹੈ ਉਹ ਗੁਰੂ ਲੋਕਾਂ ਨੇ ਵੀ ਦਿੱਤੀ ਆ। ਔਰ ਸਾਰੇ ਹੀ ਵਰਲਡ ਦੇ ਵਿੱਚ ਜਿਹੜੀ ਆਵਾਜ਼ ਜਿਹੜੀ ਹੈ ਨਾ, ਉਹ ਜਿਹੜੀ ਆਵਾਜ਼ ਹੁੰਦੀ ਭਾਖਿਆ ਭਾਉ ਅਪਾਰ। ਗੁਰੂ ਪਾਤਸ਼ਾਹ ਨੂੰ ਕਹਿੰਦੇ ਕਿ ਜਿਹੜੀ ਭਾਖਿਆ ਹੁੰਦੀ ਨਾ, ਉਹਦੇ ਵਿੱਚ ਪ੍ਰਮਾਤਮਾ ਹੁੰਦਾ। ਤੇ ਜਿਹੜੀ ਦੁਨੀਆ ਗੱਲ ਕਹਿੰਦੀ ਉਹ ਮੰਨ ਲੈਣੀ ਚਾਹੀਦੀ ਆ। ਹੁਣ ਸਾਡੇ ਬੱਚੇ ਬਾਹਰ ਫੁੱਟਬਾਲ ਖੇਡਦੇ ਗਰਾਊਂਡਾਂ ਦੇ ਵਿੱਚ, ਗਲੀਆਂ 'ਚ ਤੁਰੇ ਫਿਰਦੇ ਆ, ਔਰ ਜਿਹੜੇ ਮਾਤਾ ਪਿਤਾ ਉਹ ਅੰਦਰ ਆਪਣੇ ਅਖਬਾਰਾਂ ਪੜ੍ਹੀ ਜਾ ਰਹੇ, ਟੀਵੀ ਦੇਖੀ ਜਾ ਰਹੇ ਆ, ਆਪਣੇ ਬੱਚਿਆਂ ਨੂੰ ਨਹੀਂ ਸੰਭਾਲ ਰਹੇ। ਹੁਣ ਸਾਨੂੰ ਮਰਿਆਦਾ ਵਿੱਚ ਰਹਿਣ ਦਾ ਸਮਾਂ ਹੈ। ਅੰਦਰ ਬੈਠ ਕੇ ਸਿਮਰਨ ਕਰੋ, ਔਰ ਜਿਸ ਤਰ੍ਹਾਂ ਸਰਕਾਰਾਂ ਕਹਿੰਦੀਆਂ ਉਹ ਪ੍ਰਸ਼ਾਸਨ ਦੇ ਅਨੁਸਾਰ ਰਹੋ, ਆਪਣਾ ਬਚਾਅ ਕਰੋ। ਉਸ ਤੋਂ ਬਾਅਦ ਫਿਰ ਦੇਖਾਂਗੇ ਕੀ ਕੁਦਰਤ ਸਾਨੂੰ ਦਿੰਦੀ ਆ। ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਣਾ ਬਚਾਅ ਕਰਨਾ। ਤੇ ਗੁਰੂ ਪਾਤਸ਼ਾਹ ਨੇ ਕਹਿਣਾ ਪਹਿਲਾਂ ਆਪ ਬਚੋ ਔਰ ਬਚਾਓ, ਇਹ ਕੰਮ ਕਰੋ। ਹੁਣ ਸਾਡਾ ਇਹ ਸਮਾਂ ਆ, ਮਾਲਕ ਨੇ ਸਾਨੂੰ ਦਿੱਤਾ ਹੋਇਆ, ਤੇ ਅਸੀਂ ਤਦੇ ਹੀ ਸਾਰਾ ਕੁਝ ਕਰ ਸਕਦੇ ਜੇ ਅਸੀਂ ਰਹਾਂਗੇ। ਜੇ ਸਾਡੀ ਸਿਹਤ ਠੀਕ ਹੈ, ਸਰੀਰ ਠੀਕ ਹੈ, ਜੀਵਨ ਠੀਕ ਹੈ, ਤਦ ਹੀ ਸਾਨੂੰ ਸੰਸਾਰ ਦੇ ਨਾਲ ਸਾਡਾ ਸੰਬੰਧ ਆ। ਜੇ ਸਾਡਾ ਸਰੀਰ ਹੀ ਨਾ ਰਿਹਾ, ਜੀਵਨ ਨਾ ਰਿਹਾ, ਤੇ ਫਿਰ ਸੰਸਾਰ, ਉਹ ਸੰਸਾਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਤਾਂ ਇਹਦੇ ਮਹਾਰਾਜ ਕਹਿੰਦੇ ਕਿ ਦ੍ਰਿਸ਼ਟਮਾਨ ਹੈ ਸਗਲ ਬੰਦੇ ਨਾਲ। ਜਦੋਂ ਤੱਕ ਤੁਸੀਂ ਹੈ ਉਦੋਂ ਤੱਕ ਇਹ ਪਰਮਾਤਮਾ ਸਾਰਾ ਕੁਛ ਆਪਾਂ ਆਨੰਦ ਲੈਣਾ ਚਾਹੀਦਾ। ਤੇ ਸਾਰਿਆਂ ਨੂੰ ਬੇਨਤੀ ਆ, ਡਿਸਿਪਲਿਨ 'ਚ ਰਹੋ, ਮਰਿਆਦਾ 'ਚ ਰਹੋ, ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਕੇ ਅਰਦਾਸ ਕਰੋ, ਤਾਂ ਸਾਡਾ ਭਲਾ ਹੋ ਸਕਦਾ। ਬਿਲਕੁਲ, ਆਪਾਂ ਅਰਦਾਸ ਕਰੀਏ, ਬੰਦਗੀ ਕਰੀਏ, ਕਿਉਂਕਿ ਇਹ ਜੁੜਨ ਦਾ ਸਮਾਂ, ਜਿਵੇਂ ਬਾਬਾ ਜੀ ਨੇ ਗੱਲ ਕੀਤੀ ਹੈ ਨਾ ਕਿ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਗੱਲ ਆਮ ਦੇਖੀ ਜਾ ਰਹੀ ਹੈ। ਸ਼ਹਿਰਾਂ 'ਚ ਵੀ ਜਿੱਥੇ ਥੋੜ੍ਹਾ ਜਿਹਾ ਪੁਲਿਸ ਦਾ ਡਰ ਨਹੀਂ ਗਾ, ਉੱਥੇ ਅਜੇ ਵੀ ਬੱਚੇ ਜਿਹੜੇ ਨੇ ਉਹ ਬਹੁਤ ਖੇਡਣ ਮੱਲਣ ਦੇ ਵਿੱਚ ਲੱਗੇ ਹੋਏ ਨੇ। ਮੈਨੂੰ ਲੱਗਦਾ ਕਿ ਦੁਨੀਆ ਦੀ ਹਕੀਕਤ ਉਹਨਾਂ ਨੂੰ ਸਮਝਾਉਣ ਦੀ ਲੋੜ ਆ। ਇਸ ਵਕਤ ਬਹੁਤ ਵੱਡੀ ਤਾਦਾਦ ਦੇ ਵਿੱਚ, ਮਤਲਬ ਆਪਾਂ ਸਮਝ ਸਕਦੇ ਹਾਂ ਬਾਬਾ ਜੀ ਕਿ ਕਿਤੇ ਨਗਰ ਦੇ ਵਿੱਚ ਇੱਕ ਮੌਤ ਹੋ ਜੇ ਤੇ ਸਾਰਾ ਪਿੰਡ ਸੋਗ ਦੇ ਵਿੱਚ ਚਲਾ ਜਾਂਦਾ। ਤੇ ਹੁਣ ਤਾਂ ਮਤਲਬ ਟਰੱਕਾਂ ਦੇ ਟਰੱਕ ਜਿਹੜੇ ਨੇ ਉਹ ਆਪਾਂ ਦੇਖ ਰਹੇ ਹਾਂ ਦੁਨੀਆ ਦੇ ਵਿੱਚ ਕਿ ਉਹਨਾਂ 'ਚ ਡੈੱਡ ਬੋਡੀਆਂ ਲੱਦ ਕੇ ਤੇ ਲਿਜਾਈਆਂ ਜਾ ਰਹੀਆਂ ਨੇ। ਹਜ਼ਾਰ ਦੇ ਕਰੀਬ ਬੰਦਾ ਜਿਹੜਾ ਇੱਕ ਮੁਲਕ ਦੇ ਵਿੱਚ ਰੋਜ਼ ਉਹਦੀ ਮੌਤ ਹੋ ਰਹੀ ਹੈ ਇਸ ਬਿਮਾਰੀ ਦੇ ਕਰਕੇ। ਸੋ ਇਹਨੂੰ ਜਿਹੜੇ ਵੀ ਅਜੇ ਮਜ਼ਾਕ ਦੇ ਵਿੱਚ ਜਾਂ ਹਲਕੇ 'ਚ ਲੈ ਰਹੇ ਨੇ, ਮੈਂ ਸਮਝਦਾ ਕਿ ਉਹਨਾਂ ਨੂੰ ਸੁਚੇਤ ਹੋਣਾ ਦਾ ਫਰਜ਼ ਬਣਦਾ। ਜਿਹੜੇ ਸਾਡੀ ਇਸ ਵਕਤ ਸਾਡੀ ਗੱਲ ਸੁਣਦੇ ਪਏ ਨੇ, ਉਹਨਾਂ ਨੂੰ ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਰਿਸ਼ਤੇਦਾਰਾਂ 'ਚ ਜਾਂ ਹੋਰ ਜਿਹੜੇ ਵੀ ਤੁਹਾਡੇ ਸਾਕ ਸੰਬੰਧੀ ਕੋਈ ਬੱਚੇ ਨੇ, ਉਹਨਾਂ ਨੂੰ ਸਮਝਾਓ ਕਿ ਇਹ ਕੋਈ ਖੇਲ ਤਮਾਸ਼ਾ ਨਹੀਂ ਹੈ, ਬੜੀ ਹੀ ਖਤਰਨਾਕ ਹਾਲਾਤ ਨੇ। ਜੇ ਆਪਾਂ ਸੋਚੀਏ ਕਿ ਵਰਦੀਆਂ ਗੋਲੀਆਂ ਦੇ ਵਿੱਚ ਆਪਾਂ ਭੱਜੇ ਫਿਰੀਏ ਤੇ ਫਿਰ ਨਾਲੇ ਆਪਾਂ ਕਹਿ ਦਈਏ ਵੀ ਅਸੀਂ ਕੋਈ ਨਹੀਂ, ਰੱਬ ਸਾਨੂੰ ਬਚਾਏਗਾ, ਤਾਂ ਪਰ ਰੱਬ ਨੇ ਸਾਨੂੰ ਵਿਵੇਕ ਬੁੱਧ ਵੀ ਦਿੱਤੀ ਹੈ। ਜੇ ਰੱਬ ਸਾਡਾ ਬਚਾਅ ਕਰੇਗਾ, ਉਹ ਸਾਡਾ ਭਰੋਸਾ ਬਿਲਕੁਲ ਕਾਇਮ ਰਹਿਣਾ ਚਾਹੀਦਾ। ਪਰ ਜਿਹੜਾ ਸਾਨੂੰ ਸੰਕੋਚ ਕਰਨਾ ਜਾਂ ਅਹਤਿਆਤ ਰੱਖਣਾ, ਉਹ ਸਾਡੇ ਵਾਸਤੇ ਜ਼ਰੂਰੀ ਹੈ ਇਸ ਵਕਤ, ਕਿਉਂਕਿ ਇੰਨੀ ਹਨੇਰੀ ਜਿੱਥੇ ਚੱਲਦੀ ਪਈ ਉੱਥੇ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਅਸੀਂ ਚਾਹਾਂਗੇ ਬਾਬਾ ਜੀ ਇਸ ਪਰਤਾਏ ਤੁਸੀਂ ਵੀ ਥੋੜ੍ਹਾ ਜਿਹਾ ਸੰਗਤਾਂ ਨੂੰ ਗਿਆਨ ਦਿਓ, ਤਾਂ ਕਿ ਕਿਉਂਕਿ ਜਿਹੜੇ ਬਾਹਰ ਵੀ ਸਾਨੂੰ ਸੁਣਦੇ ਪਏ ਉਹਨਾਂ ਦੇ ਰਿਸ਼ਤੇਦਾਰ ਇੱਥੇ ਨੇ,
ਉਹਨਾਂ ਦੇ ਘਰ ਪਰਿਵਾਰ ਬਹੁਤ ਸਾਰਾ ਬਾਹਰ ਵਾਲਿਆਂ ਦੀ ਗੱਲ ਇੱਥੋਂ ਵਾਲੇ ਮੰਨਦੇ ਵੀ ਨੇ ਉਹਨਾਂ ਨੂੰ। ਆਪ ਜੀ ਮੈਂ ਚਾਹਾਂਗਾ ਕਿ ਤੁਸੀਂ ਇਸ ਪਰਥਾਈ ਵੀ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਜੀ। ਆਪਣੇ ਮੈਂ ਤੁਹਾਡਾ ਧੰਨਵਾਦ ਕਰਦਾ। ਜਿਸ ਤਰ੍ਹਾਂ ਅਸੀਂ ਨਾ ਪਿੰਡਾਂ ਦੇ ਵਿੱਚ ਜਾਈਦਾ, ਹਾਂਜੀ, ਅਸੀਂ ਜਿੱਥੇ ਪਹਿਲਾਂ ਸਰਕਾਰਾਂ ਦਿੱਤੀਆਂ ਉਹਨਾਂ ਨੂੰ ਅਨਾਜ ਦਿੰਦੀਆਂ, ਔਰ ਕਈ ਵਾਰ ਉਹਨਾਂ ਨੂੰ ਕਣਕ ਦਿੰਦੇ ਆ, ਕਈ ਕੁਛ ਦਿੰਦੀਆਂ ਸਰਕਾਰਾਂ, ਕਈਆਂ ਨੂੰ ਉਹ ਪਹੁੰਚੀ ਆ, ਕਈਆਂ ਨੂੰ ਨਹੀਂ ਪਹੁੰਚੀ। ਔਰ ਇੱਕ ਲੋਕ ਐਸੇ ਵੀ ਹੈ ਜਿਹਨਾਂ ਨੂੰ ਨਾ ਤਾਂ ਸਰਕਾਰਾਂ ਵੱਲੋਂ ਕੁਛ ਮਿਲਿਆ, ਨਾ ਜਥੇਬੰਦੀਆਂ ਵੱਲੋਂ ਮਿਲਿਆ। ਤੇ ਅਸੀਂ ਉਹ ਪਿੰਡਾਂ ਦੇ ਵਿੱਚ ਜਾ ਕੇ ਪਤਾ ਕਰਦੇ ਹਾਂ ਤੇ ਉਹ ਉਹਨਾਂ ਦੇ ਸਰਪੰਚ, ਉੱਥੇ ਦੇ ਜਿਹੜੇ ਮੁਖੀ ਹੈ, ਉਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਕਿ ਤੁਸੀਂ ਸਾਨੂੰ ਲਿਸਟਾਂ ਭੇਜੋ, ਤੇ ਸਾਨੂੰ ਲਿਸਟਾਂ ਬਣਾ ਕੇ ਦਿੰਦੇ ਆ, ਚਾਹੇ ਉਹ 200 ਹੋਵੇ, 400 ਹੋਵੇ, 500 ਹੋਵੇ। ਫਿਰ ਅਸੀਂ ਉਹਨਾਂ ਦੇ ਨਾ ਪੈਕਟ ਬਣਾ ਕੇ ਆਟਾ ਵਗੈਰਾ, ਖੰਡ ਵਗੈਰਾ, ਚਾਵਲ ਵਗੈਰਾ, ਤੇ ਉਹ ਸਾਰਾ ਉਹਨਾਂ ਲੋਕਾਂ ਤੱਕ ਅਸੀਂ ਪਹੁੰਚਾਉਂਦੇ ਹਾਂ। ਤੇ ਉੱਥੇ ਇੱਕ ਗੱਲ ਦੇਖਣ ਨੂੰ ਮਿਲਦੀ, ਪ੍ਰਸ਼ਾਸਨ ਸਾਡੇ ਨਾਲ ਹੁੰਦਾ, ਹੋਰ ਵੀ ਬੁੱਧੀਜੀਵੀ ਲੋਕ ਹੁੰਦੇ ਆ ਸਾਰੇ, ਤੇ ਉਹਨਾਂ ਨੂੰ ਇੱਕੋ ਗੱਲ ਆ ਕਿ ਜੇ ਇੱਕ ਨੂੰ ਕਿਸੇ ਨੂੰ ਤੁਸੀਂ ਜਿਸ ਤਰ੍ਹਾਂ ਬੇਪਰਵਾਹ ਹੋ ਕੇ ਤੁਰੇ ਫਿਰਦੇ ਨਾ ਸਾਰੇ, ਕਿਉਂਕਿ ਲੋਕ ਮੁੱਖ ਨਹੀਂ ਬੰਦ ਕਰਦੇ, ਹੱਥ ਨਹੀਂ ਧੋਂਦੇ, ਤੇ ਜਿਸ ਤਰ੍ਹਾਂ ਡਿਸਿਪਲਿਨ ਦੱਸਿਆ ਦੂਰੀ ਨਹੀਂ ਬਣਾਉਂਦੇ, ਤੇ ਹੋ ਸਕਦਾ ਕਿਸੇ ਇੱਕ ਦੇ ਕੋਲੋਂ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਉਹ ਜਰਾਸੀਮ ਲੱਗ ਗਿਆ ਤੇ ਸਾਰਾ ਪਿੰਡ ਹੀ ਸੀਲ ਕਰ ਦਿੰਦੇ ਆ ਉਹ। ਔਰ ਉਸ ਪਿੰਡ ਵਿੱਚ ਨਾ ਤਾਂ ਕੋਈ ਆ ਸਕਦਾ ਤੇ ਨਾ ਕੋਈ ਬਾਹਰ ਜਾ ਸਕਦਾ, ਤੇ ਇਸ ਤਰ੍ਹਾਂ ਸਾਰੇ ਉਹ ਲਗਾ ਦਿੰਦੇ। ਸਾਡੇ ਇਲਾਕੇ ਵਿੱਚ ਵੀ 8 ਪਿੰਡ ਹੈ ਜਿਨ੍ਹਾਂ ਨੂੰ ਉਹਨਾਂ ਨੇ ਸੀਲ ਕਰ ਦਿੱਤਾ, ਤੇ ਉਹ ਇੱਕ ਹੀ ਵਿੱਚੋਂ ਮਰੀਜ਼ ਨਿਕਲਿਆ ਵੇ ਤੇ ਸਾਰੇ ਹੀ ਇਲਾਕੇ ਵਿੱਚ, ਸਾਰੇ ਜ਼ਿਲ੍ਹੇ ਵਿੱਚ, ਸਾਰੇ ਪੰਜਾਬ ਦੇ ਵਿੱਚ ਹਲਚਲ ਮਚ ਜਾਂਦੀ ਆ। ਤੇ ਇਹਦੇ ਕਰਕੇ ਸਾਰੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪਣੀ ਦੂਰੀ ਬਣਾ ਕੇ ਰੱਖਣੀ ਆ, ਔਰ ਆਪਣੇ ਹੱਥ ਵਗੈਰਾ ਧੋ ਕੇ ਰੱਖਣੇ ਆ। ਆਪਣੇ ਜਿਹੜਾ ਉਹਨਾਂ ਨੇ ਕਿਹਾ ਕਿ ਇੱਕ ਦੂਸਰੇ ਦੇ ਕੋਲ ਨਹੀਂ ਬੈਠਣਾ, ਪਰ ਇਹ ਸਾਰੇ ਲੋਕ ਕੋਈ ਵੀ ਨਹੀਂ ਮੰਨਦਾ। ਅਸੀਂ ਜਦੋਂ ਜਾਂਦੇ ਹਾਂ, ਅਸੀਂ ਆਪਣਾ ਸਾਰੀ ਦਵਾਈਆਂ ਵਗੈਰਾ ਪਹਿਲਾਂ ਛਿੜਕਦੇ ਆ, ਫਿਰ ਆਪਣਾ ਹੱਥ ਮੂੰਹ ਬੰਨਿਆ ਹੁੰਦਾ, ਦੂਸਰੀ ਦੂਰੀ ਬਣਾ ਕੇ ਸਾਨੂੰ ਉਹ ਦੇਣਾ ਜਿਹੜੀਆਂ ਵਸਤਾਂ ਦੇਣੀਆਂ ਬਹੁਤ ਹੀ ਔਖੀਆਂ ਹੋ ਜਾਂਦੀਆਂ। ਇਸ ਕਰਕੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪਣੀ ਦੂਰੀ ਬਣਾ ਕੇ ਰੱਖੋ, ਔਰ ਬੱਚਿਆਂ ਨੂੰ ਸੰਭਾਲ ਕੇ ਰੱਖੋ, ਔਰ ਜਿਸ ਤਰ੍ਹਾਂ ਉਹਨਾਂ ਨੇ ਡਿਸਿਪਲਿਨ ਰੱਖਿਆ, ਜੇ ਕਿਸੇ ਕੋਲ ਉਹ ਮਾਸਕ ਵਗੈਰਾ ਨਹੀਂ ਹੈ, ਉਹ ਘਰ ਕੱਪੜਾ ਲੈ ਕੇ ਮਸ਼ੀਨ ਦੇ ਨਾਲ ਸੀ ਸਕਦੇ ਆ, ਉਹ ਆਪਣਾ ਮੁੱਖ ਬੰਦ ਕਰ ਸਕਦੇ ਆ। ਔਰ ਦੂਸਰਾ, ਜਿਹਦੇ ਕੋਲ ਦਸਤਾਨੇ ਵਗੈਰਾ ਨਹੀਂ ਹੈ, ਮਹਿੰਗੇ ਸ਼ਹਿਰ ਨਹੀਂ ਮਿਲਦੇ, ਉਹ ਆਪਣਾ ਹੱਥ ਸਾਬਣ ਦੇ ਨਾਲ ਧੋ ਸਕਦੇ ਆ। ਤੇ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਆ ਕਿ ਤੁਸੀਂ ਆਪਣਾ ਡਿਸਿਪਲਿਨ ਦੇ ਅਨੁਸਾਰ, ਜਿੱਦਾਂ ਸਰਕਾਰਾਂ ਕਹਿੰਦੀਆਂ, ਦਵਾਈਆਂ ਆਪਣੇ ਕੋਲ ਰੱਖੋ, ਔਰ ਥੋੜੀ ਦੂਰੀ ਬਣਾ ਕੇ ਰੱਖੋ, ਤਾਂ ਕਿ ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਨਾ ਹੋ ਜਾਵੇ। ਜਿਸ ਵੇਲੇ ਮੇਨ ਬੰਦੇ ਤੋਂ ਬੰਦੇ ਮਤਲਬ ਮੇਨ ਟੂ ਮੇਨ ਹੁੰਦੀ ਆ, ਇਹ ਬਿਮਾਰੀ ਐਸੀ ਹੈ, ਇਹ ਜਦੋਂ ਕਿਸੇ ਨੂੰ ਲੱਗ ਗਏ ਨਾ, ਕੋਈ ਇਹਦਾ ਇਲਾਜ ਨਹੀਂ ਹੈਗਾ। ਤੋ ਇਸ ਤਰ੍ਹਾਂ ਜਿੱਦਾਂ ਭੇਡਾਂ ਦੇ ਵਿੱਚੋਂ ਨਾ ਕੋਈ ਇੱਕ ਭੇਡ ਚੁੱਕ ਕੇ ਲੈ ਜਾਂਦੇ ਕਸਾਈ, ਤੋਂ ਪਤਾ ਨਹੀਂ ਲੱਗਦਾ ਕਿੱਥੇ ਲੈ ਗਏ ਚੱਕ ਕੇ, ਇਸ ਤਰ੍ਹਾਂ ਬੰਦਿਆਂ ਦੇ ਵਿੱਚੋਂ ਬੰਦਾ ਇੱਕ ਚੱਕ ਕੇ ਲੈ ਜਾਂਦੇ ਆ, ਉਹ ਤਾਂ ਲੱਭਦਾ ਹੀ ਨਹੀਂ। ਲੇਕਿਨ ਸਾਰੇ ਪਿੰਡ ਨੂੰ, ਸਾਡੇ ਇਲਾਕੇ ਨੂੰ ਤੜਸਲ ਮੱਚ ਜਾਂਦਾ, ਪਰੇਸ਼ਾਨੀ ਹੋ ਜਾਂਦੀ ਹੈ। ਇਸ ਕਰਕੇ ਅਸੀਂ ਕਹਿੰਦੇ ਸਾਵਧਾਨ ਰਹੋ, ਸਾਵਧਾਨ ਇਕਾਗਰ ਚੀਤ, ਆਪਣੀ ਸਾਵਧਾਨੀ ਬਣਾਓ, ਔਰ ਇਕਾਗਰ ਚਿੱਤ ਦੇ ਨਾਲ ਗੱਲ ਸੁਣੋ ਕਿ ਆਪਾਂ ਆਪਣਾ ਜੀਵਨ ਕਿਸ ਤਰ੍ਹਾਂ ਸੁਖੀ ਹੋ ਸਕਦਾ, ਕਿਉਂਕਿ ਸਭ ਤੋਂ ਜ਼ਿਆਦਾ ਬਿਮਾਰੀ ਜਿਹੜਾ ਬੰਦਾ ਹੀ ਪਾਉਂਦਾ। ਤੇ ਜੇ ਬੰਦਿਆਂ ਨੂੰ ਅਕਲ ਹੋਵੇ ਕਿ ਆਪਾਂ ਦੂਰੀ ਬਣਾ ਕੇ ਰੱਖਣੀ ਆ, ਆਪਾਂ ਡਿਸਿਪਲਿਨ ਨਾਲ ਰਹਿਣਾ, ਤੇ ਬਿਮਾਰੀ ਜਿਹੜੀ ਆ ਉਹ ਆਪਣੇ ਆਪ ਹੀ ਖਤਮ ਹੋ ਜਾਣੀ ਹੈ। ਬਹੁਤੀ ਦੇਰ ਨਹੀਂ ਰਹਿਣੀ ਬਿਮਾਰੀ, ਕਿਉਂਕਿ ਇਹਦਾ ਸਮਾਂ ਹੁੰਦਾ। ਜਿਸ ਤਰ੍ਹਾਂ ਸੂਰਜ ਇੱਕ, ਰੁੱਤ ਅਨੇਕ, ਤੇ ਜਿਸ ਤਰ੍ਹਾਂ ਰੁੱਤਾਂ ਬਦਲਦੀਆਂ, ਉਦਾਂ ਇਹ ਬਿਮਾਰੀਆਂ ਦੀਆਂ ਵੀ ਰੁੱਤਾਂ ਹੁੰਦੀਆਂ। ਇਹ ਰੁੱਤ ਆਈ ਆ ਬਿਮਾਰੀ ਦੀ, ਇਹ ਚਲੇ ਜਾਣਾ। ਪਰ ਆਪਾਂ ਆਪਣੇ ਬੰਦਿਆਂ ਦਾ, ਆਪਣੇ ਰਿਸ਼ਤੇਦਾਰਾਂ ਦਾ, ਆਪਣੇ ਦੋਸਤਾਂ ਦਾ, ਆਪਣੇ ਪਰਿਵਾਰਾਂ ਦਾ, ਆਪਣੇ ਭਰਾਵਾਂ ਦਾ, ਸੱਜਣਾ ਗੁਰੂਆਂ ਲੋਕਾਂ ਦਾ ਜਿਹੜਾ ਉਪਦੇਸ਼ ਆ, ਉਹ ਆਪਾਂ ਇਹਨਾਂ ਤੇ ਲਾਗੂ ਕਰੀਏ, ਤੇ ਸਾਰਿਆਂ ਦਾ ਬਚਾਅ ਕਰਨਾ, ਆਪਣਾ ਆਪ ਬਚਣਾ। ਇਹ ਸਾਰਿਆਂ ਨੂੰ ਬੇਨਤੀ ਆ ਸਾਡੇ ਵੱਲੋਂ ਕਿ ਆਪ ਸਾਵਧਾਨ ਹੋ ਕੇ ਇਹ ਆਪਣਾ ਇਹ ਸਮਾਂ ਬਤੀਤ ਕਰੋ। ਬਿਲਕੁਲ, ਇਸ ਸੰਜਮ ਦੇ ਵਿੱਚ ਰਹਿਣ ਦਾ ਸਮਾਂ ਹੈ। ਜਿੰਨਾ ਆਪਾਂ ਆਪਣੇ ਆਪ ਨੂੰ ਬਚਾ ਲਵਾਂਗੇ ਓਨਾ ਹੀ ਬਿਹਤਰ ਹੈ। ਕਿਸੇ ਵੀ ਇੱਕ ਇਨਸਾਨ ਦੀ ਗਲਤੀ ਦਾ ਖਾਮਿਆਜ਼ਾ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਭੁਗਤਣਾ ਪੈਂਦਾ, ਆਪਾਂ ਦੇਖ ਸਕਦੇ ਹਾਂ। ਇਹ ਵੀ ਨਹੀਂ ਆ ਕਿ ਇਹ ਬਿਮਾਰੀ ਕਿਸੇ ਇੱਕ ਗਰੀਬ ਨੂੰ ਲੱਗਣੀ ਹੈ ਤੇ ਅਮੀਰ ਨੂੰ ਨਹੀਂ ਲੱਗਣੀ, ਜਾਂ ਅਮੀਰ ਨੂੰ ਲੱਗਣੀ ਤੇ ਗਰੀਬ ਨੂੰ ਨਹੀਂ ਲੱਗਣੀ। ਆਪਾਂ ਦੇਖਦੇ ਪਏ ਹਾਂ, ਇੱਥੇ ਕਈ ਸਾਰੇ ਕੇਸ ਨੇ ਲੁਧਿਆਣੇ ਦੇ ਵਿੱਚ। ਉੱਥੋਂ ਦੇ ACP ਜਿਹੜੇ ਨੇ ਉਹ ਇਹਦੇ ਚਪੇਟ ਦੇ ਵਿੱਚ ਆਏ ਹੋਏ ਨੇ। ਉਹਨਾਂ ਦੀ ਪਤਨੀ ਆ, ਇੱਕ SHO ਆ, ਇੱਕ ਉਹਨਾਂ ਦਾ ਕਾਂਸਟੇਬਲ ਆ, ਉਹ ਸਾਰਾ 3 ਜਾਣੇ ਹੋਰ ਪੋਜ਼ਿਟਿਵ ਆ ਗਏ ਨੇ ਉਹਦੇ ਕਰਕੇ। ਸੋ ਇਹਦੇ ਬਿਮਾਰੀ ਵਾਸਤੇ ਸਾਰੇ ਬਰਾਬਰ ਨੇ, ਚਾਹੇ ਕੋਈ ਵੱਡਾ ਤੇ ਚਾਹੇ ਕੋਈ ਛੋਟਾ।
ਚਾਹੇ ਕੋਈ ਪੀਜ਼ਾ ਡਿਲੀਵਰੀ ਵਾਲਾ ਬੰਦਾ ਹੈ, ਚਾਹੇ ਕੋਈ ਅਖਬਾਰ ਘਰ 'ਚ ਦੇਣ ਵਾਲਾ ਬੰਦਾ ਹੈ। ਸੋ ਬਹੁਤ ਹੀ ਜਿੰਨਾ ਵੱਧ ਤੋਂ ਵੱਧ ਆਪਾਂ ਅਹਤਿਆਤ ਕਰ ਸਕਦੇ ਹਾਂ, ਇਹ ਹਾਲਾਤ ਇੱਦਾਂ ਦੇ ਨੇ ਸੰਗਤ ਜੀ ਕਿ ਜਿੰਨਾ ਵੱਧ ਤੋਂ ਵੱਧ ਅਹਤਿਆਤ ਕਰ ਸਕਦੇ ਉਹਨਾਂ ਕਰਨ ਦੀ ਜ਼ਰੂਰਤ ਹੈ। ਇੱਥੇ ਇੰਡੀਆ ਦੇ ਵਿੱਚ ਐਸੇ ਕੇਸ ਸਾਡੇ ਸਾਹਮਣੇ ਆ ਚੁੱਕੇ ਨੇ ਕਿ ਘਰਾਂ ਦੇ ਵਿੱਚ ਜਿਹੜੇ ਸਵੇਰੇ ਅਖਬਾਰ ਦਿੰਦੇ ਨੇ, ਉਹ ਪਠਾਨਕੋਟ ਖੇਤਰ ਦੇ ਵਿੱਚ ਇੱਕ ਉਹ ਵੀਰ ਜਿਹੜਾ ਹੈ ਉਹ ਪੋਜ਼ਿਟਿਵ ਆ ਗਿਆ, ਉਹਦੇ ਕਰਕੇ ਕਾਫੀ ਸਾਰੀ ਪਰੇਸ਼ਾਨੀ। ਦਿੱਲੀ ਦੇ ਵਿੱਚ ਇੱਕ ਜੋ ਪੀਜ਼ਾ ਡਿਲੀਵਰੀ ਦਿੰਦੇ ਨੇ ਘਰਾਂ ਦੇ ਵਿੱਚ, ਜਦੋਂ ਤਾਂ ਸਾਰੀ ਦੁਨੀਆ 'ਚ ਇਹ ਸਿਸਟਮ ਚੱਲਦਾ, ਸੋ ਪੀਜ਼ਾ ਡਿਲੀਵਰੀ ਦੇਣ ਵਾਲਾ ਬੰਦਾ ਜਿਹੜਾ ਸੀਗਾ ਉਹ ਪੋਜ਼ਿਟਿਵ ਆ ਗਿਆ, ਉਹਦੇ ਕਰਕੇ 72 ਪਰਿਵਾਰ ਜਿਹੜੇ ਨੇ ਉਹਨਾਂ ਨੂੰ ਕੁਆਰੰਟਾਈਨ ਦੇ ਵਿੱਚ ਲੈ ਕੇ ਗਏ ਨੇ। ਤੇ ਐਸੇ ਵੀ ਮੈਨੂੰ ਪਤਾ ਲੱਗਾ ਬਾਬਾ ਜੀ ਕਿ ਅੰਮ੍ਰਿਤਸਰ ਦੇ ਇੱਕ ਪ੍ਰੋਫੈਸਰ ਸੀ, ਬੜੇ ਸਿਆਣੇ, ਉਹ ਆਪਣੇ ਘਰ 'ਚ ਹੀ ਰਹੇ, ਉਹ ਕਿਤੇ ਨਹੀਂ ਗਏ, ਸਿਰਫ ਇੱਕ ਦਿਨ ATM ਤੇ ਗਏ ਨੇ ਉਹ ਪੈਸੇ ਕਢਵਾਉਣ, ਤੇ ਉੱਥੋਂ ਹੀ ਉਹਨਾਂ ਨੂੰ ਲਾਗ ਆ ਗਈ, ਕੋਈ ਪਤਾ ਨਹੀਂ ATM 'ਚੋਂ ਨੋਟਾਂ 'ਚੋਂ ਆ ਗਈ ਆ ਕਿ ਜਾਂ ਉਹ ਮਸ਼ੀਨ ਤੋਂ ਲੱਗ ਗਈ, ਉਹ ਕਰੋਨਾ ਪੋਜ਼ਿਟਿਵ ਹੋ ਗਏ। ਸੋ ਮਤਲਬ ਇਹ ਜਿੰਨਾ ਵੀ ਵੱਧ ਤੋਂ ਵੱਧ ਅਹਤਿਆਤ ਇਹਦੇ ਵਾਸਤੇ ਕੀਤਾ ਜਾਏ ਉਹ ਮੈਂ ਸਮਝਦਾ ਥੋੜ੍ਹਾ। ਸੋ ਆਪਾਂ ਬਾਬਾ ਜੀ ਪਾਸੋਂ ਹੋਰ ਵੀ ਇਹਦੇ ਬਾਰੇ ਜਾਣਕਾਰੀ ਲਵਾਂਗੇ, ਕਿਸ ਢੰਗ ਦੇ ਨਾਲ ਆਪਾਂ ਇਹਦੇ ਤੋਂ ਬਚ ਸਕਦੇ ਹਾਂ, ਅਤੇ ਇਹਦਾ ਆਪਣੇ ਦਿਮਾਗ ਦੇ ਉੱਤੇ ਬਹੁਤਾ ਸਟਰੈਸ ਵੀ ਨਹੀਂ ਆਉਣ ਦੇਣਾ, ਇਹ ਨਾ ਹੋਏ ਕਿ ਸਾਨੂੰ ਹੋਰ ਦੂਸਰੀਆਂ ਬਿਮਾਰੀਆਂ ਜਿਹੜੀਆਂ ਉਹ ਆਣ ਘੇਰਨ। ਸੋ ਇੱਥੇ ਇੱਕ ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ ਜੀ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤਾਜਨ ਪੈ ਸਰ ਤੇ ਪੂਰੇ ਗੁਰ ਤੇ ਜਾਣੀ। ਸੋ ਸੰਗਤ ਜੀ, ਇਹ ਜੋ ਹੈ ਗੁਰੂ ਕੀ ਬਾਣੀ ਦੀ ਓਟ ਸਾਨੂੰ ਇਸ ਵਕਤ ਲੈਣੀ ਪਏਗੀ, ਹੋਰ ਸਾਡੇ ਕੋਲ ਚਾਰਾ ਵੀ ਕੋਈ ਨਹੀਂ, ਕਿਉਂਕਿ ਸਭੂ ਭੱਜੇ ਆਸਰਾ ਚੁੱਕ ਸਭ ਅਸਰਾਓ, ਕਿਤਾਬੇ ਸੁਪਾਰ ਬ੍ਰਹਮ ਪਰ ਲਗੇ ਨਾ ਤਤੀ। ਸੋ ਆਪਾਂ ਇਸ ਵਕਤ ਸੰਗਤ ਜੀ ਕਰੋਨਾ ਦੇ ਜੋ ਮਹਾਮਾਰੀ ਉਸਦੇ ਪਰਥਾਏ ਕੁਝ ਵਿਚਾਰਾਂ ਕਰ ਰਹੇ ਹਾਂ। ਸਾਡੇ ਨਾਲ ਸੰਤ ਬਾਬਾ ਨਿਰਮਲ ਦਾਸ ਜੀ, ਬਾਬੇ ਜੋੜੇ ਵਾਲੇ ਰਾਏਪੁਰ ਰਸੂਲਪੁਰ, ਜਿਨ੍ਹਾਂ ਵੱਲੋਂ ਕਿ ਉੱਥੇ ਜਿੱਥੇ ਧਾਰਮਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ, ਸਮਾਜ ਸੇਵਾ ਦੇ ਖੇਤਰ ਦੇ ਵਿੱਚ ਹੌਸਪੀਟਲ ਦੇ ਰਾਹੀਂ, ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਵਿਚਾਰ ਕੀਤੀ, ਉੱਥੇ ਆਈ ਕੈਂਪ ਜਿਹੜੇ ਚੱਲਦੇ ਪਏ ਨੇ, 4 ਕੈਂਪ ਵੀ ਆਪਾਂ ਲਗਾਏ ਪਿੱਛੇ, ਬਲਕਿ ਹੋਰ ਵੀ ਐਕਸਟਰਾ ਵੀ ਕਈ ਕਾਰਜ ਜਿਹੜੇ ਸੇਵਾ ਦੇ ਉੱਥੇ ਹੋਏ ਨੇ। ਸੋ ਬਾਬਾ ਜੀ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ। ਅਸੀਂ ਆਪਣਾ ਏਕਨੂ ਸਟੂਡੀਓ ਬਟਾਲਾ ਤੋਂ, ਤੇ ਬਾਬਾ ਜੀ ਆਪਣਾ ਬਾਬਾ ਜੋੜਾ ਰਾਏਪੁਰ ਰਸੂਲਪੁਰ ਤੋਂ ਸਾਡੇ ਨਾਲ ਇਸ ਵਕਤ ਲਾਈਵ ਜੁੜੇ ਹੋਏ ਨੇ। ਸੋ ਅਸੀਂ ਵਿਚਾਰਾਂ ਕਰਦੇ ਪਏ ਹਾਂ। ਸੋ ਬਾਬਾ ਜੀ, ਦੁਨੀਆ ਦੇ ਵਿੱਚ ਘਬਰਾਹਟ ਜੀ ਵੀ ਬੜੀ ਮਹਿਸੂਸ ਹੋ ਰਹੀ ਹੈ, ਲੋਕੀ ਆਪਣੇ ਆਪ ਨੂੰ ਨਾ ਘਬਰਾਏ ਹੋਏ, ਡਰੇ ਹੋਏ ਵੀ ਮਹਿਸੂਸ ਕਰਦੇ ਪਏ ਨੇ। ਮੈਂ ਸਮਝਦਾ ਕਿ ਥੋੜੀ ਜਿਹੀ ਇਸ ਪਰਥਾਏ, ਕਿਉਂਕਿ ਰੱਬ ਦੇ ਵੱਲੋਂ ਜਿਹੜੀ ਸਾਡੇ ਵਾਸਤੇ ਜੋ ਧਰਵਾਸ ਦੀ ਗੱਲ ਹੈ, ਜੋ ਰਹਿਮਤ ਦੀ ਗੱਲ ਹੈ, ਉਹ ਅਸੀਂ ਚਾਹਾਂਗੇ ਕਿ ਪਹਿਲਾਂ ਆਪ ਜੀ ਉਹ ਸਾਡੇ ਨਾਲ ਸਾਂਝੀ ਕਰੋ ਜੀ। ਧੰਨਵਾਦ ਜੀ। ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਇਹ ਪਰੇਸ਼ਾਨੀਆਂ ਹੁੰਦੀ ਨਹੀਂ ਹੈ, ਇਹ ਪੁਰਾਤਨ ਹੁੰਦੀ ਆਈ ਆ। ਉਹ ਗੁਰੂ ਲੋਕਾਂ ਦੇ ਕੋਲ ਵੀ ਜਾ ਕੇ ਜਗਿਆਸੂ ਜਨਾਂ ਨੇ ਬੇਨਤੀਆਂ ਕੀਤੀਆਂ, ਜਿਸ ਵੇਲੇ ਉਹਨਾਂ ਦੇ ਸਮੇਂ ਤੇ ਡਾਕਟਰੀ ਔਰ ਸੀਤਲਾ ਮਾਤਾ, ਇਸ ਤਰ੍ਹਾਂ ਦੀ ਜਿਹੜੀ ਬਿਮਾਰੀਆਂ ਸੀ ਨਾ, ਇਹ ਗੁਰੂ ਮਹਾਰਾਜ ਦੇ ਟਾਈਮ ਤੇ ਵੀ ਆਉਂਦੀਆਂ ਰਹੀਆਂ। ਡਾਕੀ ਕੋ ਚਿਤ ਕਛੂ ਨਾ ਲਾਗੇ ਚਰਨ ਕਮਲ ਸਰਨਾਏ, ਮਹਾਰਾਜ ਦੇ ਸ਼ਬਦ ਉਚਾਰਨ ਕੀਤਾ। ਜਿਸ ਵੇਲੇ 6ਵੇਂ ਪਾਤਸ਼ਾਹ ਜੀ ਨੂੰ ਥੋੜ੍ਹੇ ਜਿਹਾ ਸਰੀਰ ਕਰਕੇ ਦੁੱਖ ਆਇਆ, ਤੇ ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਉਹਨਾਂ ਦੇ ਇਸ ਤਰ੍ਹਾਂ ਹੈ, ਤੇ ਉਹਨਾਂ ਨੇ ਸ਼ਬਦ ਉਚਾਰਨ ਕੀਤਾ, ਹਰ ਜਨ ਲੀਨੇ ਪ੍ਰਭੂ ਚੜਾਏ, ਪ੍ਰੀਤਮ ਸੋ ਮੇਰੋ ਮਨ ਮਾਨਿਆ, ਤਾਪ ਹੋਵਾ ਵਿਖਾਏ, ਪਾਲਾ ਤਾਂ ਕੋ ਕਛੂ ਨਾ ਵਿਆਪੇ ਚਰਨ ਕਮਲ ਸਰਨਾਏ, ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ, ਗੁਰ ਨਿਧਾਨ ਨਿਤ ਗਾਵੇ ਨਾਨਕ ਸੈਂਸਾ ਦੁੱਖ ਮਿਟਾਏ। ਇਹ ਸ਼ਬਦ ਮਹਾਰਾਜ ਨੇ ਪੰਚਮ ਪਾਤਸ਼ਾਹ ਜੀ ਨੂੰ, ਉਹਨਾਂ ਨੂੰ 6ਵੇਂ ਪਾਤਸ਼ਾਹ ਜੀ ਦੇ ਪਰਥਾਏ ਉਹਨਾਂ ਨੂੰ ਉਚਾਰਨ ਕੀਤਾ। ਤੋ ਇਸ ਤਰ੍ਹਾਂ ਦੇ ਸ਼ਬਦ ਕਈ ਹੈ ਜਿਹੜੇ ਸੰਸਕ੍ਰਿਤ ਦੀ ਸ਼ਲੋਕ ਵਿੱਚ ਘੋਰ ਦੁਖਯੰ ਅਨਕ ਹਤਯੰ, ਇਹ ਸ਼ਬਦ ਜਿਸ ਵੇਲੇ ਮਹਾਰਾਜ ਨੇ ਹੋਈ ਆ, ਬਹੁਤ ਹੀ ਤਪਦਿਕ ਵਗੈਰਾ ਹੋਈ ਆ, ਤੇ ਮਹਾਰਾਜ ਨੇ ਉਸ ਵੇਲੇ ਇਹਨਾਂ ਸ਼ਬਦਾਂ ਦਾ ਉਚਾਰਨ ਕੀਤਾ। ਅਸੀਂ ਸਾਡੇ ਅਖੰਡ ਜਾਪ ਚੱਲ ਰਹੇ ਆ, ਸੰਪਟ ਪਾਠ ਚੱਲ ਰਹੇ ਆ, ਤੇ ਉਹ ਅਸੀਂ ਕਰਵਾ ਰਹੇ, ਇਹ ਜਾਪ ਕਰਵਾ ਰਹੇ ਆ। ਤੋ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਤੁਹਾਡੀ ਮਾਨਸਿਕ ਜਿਹੜੀ ਨਾ ਮਨ ਮਜ਼ਬੂਤ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ ਹੈ, ਜਦੋਂ ਤੱਕ ਤੁਹਾਡਾ ਮਨ ਮਜ਼ਬੂਤ ਨਹੀਂ ਤੇ ਬਿਮਾਰੀਆਂ ਵੈਸੇ ਵੀ ਅਸਰ ਕਰਦੀਆਂ, ਤੇ ਸਾਰਾ ਕੁਛ ਵੈਸੇ ਹੀ ਅਸਰ ਹੋ ਜਾਂਦਾ। ਉਹਨੂੰ ਕਹਿੰਦੇ ਮਾਨਸਿਕ ਤਣਾਅ। ਤੇ ਜਦੋਂ ਤੁਹਾਡਾ ਮਨ ਕਮਜ਼ੋਰ ਆ ਤੇ ਬਿਮਾਰੀਆਂ ਦਾ ਅਸਰ ਹੁੰਦਾ ਹੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਮਨ ਹੈ ਨਾ, ਮਹਾਰਾਜ ਕਹਿੰਦੇ ਮਨ ਜੋ ਹੈ ਉਹ ਹਾਥ ਪਾਉਣ ਸੇ ਕਾਮ ਕਰ ਚੀਤ ਰੰਜਨ ਨਾਲ। ਤੇ ਜੇ ਸਾਡਾ ਜੇ ਮਨ ਵੇਦੀ ਵਾਲੇ ਰਾਮਨਾਮਾ ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ, ਜੇ ਤੁਹਾਡਾ ਮਨ ਸਿਮਰਨ ਦੇ ਨਾਲ ਜੁੜ ਗਿਆ ਤੇ ਫਿਰ ਅਜਪਾ ਜਾਪ ਸ਼ੁਰੂ ਹੋ ਜਾਂਦਾ ਅੰਦਰੋਂ।
ਜੀ ਜੀ। ਉਹ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਂਦਾ। ਤੇ ਜਿਹੜੀਆਂ ਨਾ ਪਰੇਸ਼ਾਨੀਆਂ, ਮਹਾਰਾਜ ਕਹਿੰਦੇ ਕਿ ਤ੍ਰਿਪਤ ਭਈ ਭਉ ਭੋਜਨ ਖਾਇਆ, ਨਿਰਭਉ ਜਪੇ ਸਗਲ ਭਉ ਮਿਟੇ। ਸਗਲ ਭਾਉ ਮਿਟੈ, ਬਿਲਕੁਲ। ਹਾਂ, ਜਿਸ ਵੇਲੇ ਆਪਾਂ ਨਿਰਭਉ ਨੂੰ ਯਾਦ ਕਰਦੇ ਹਾਂ ਤੇ ਫਿਰ ਸਾਡੇ ਅੰਦਰੋਂ ਸਾਰੇ ਨਿਰਭਉ ਚਲੇ ਜਾਂਦੇ। ਚਿੰਤਾ ਛਾੜ ਅਚਿੰਤ ਰਹੋ, ਚਿੰਤਾ ਛਾੜ ਅਚਿੰਤ ਰਹੋ। ਮਹਾਰਾਜ ਜੀ ਦਾ ਨਾ ਸ਼ਬਦ ਬਹੁਤ, ਬਾਣੀ ਜਦੋਂ ਪੜ੍ਹੀਏ ਸਾਨੂੰ ਬੜਾ ਹੌਸਲਾ ਮਿਲਦਾ। ਔਰ ਇਹ ਸਭ ਤੋਂ ਪਹਿਲਾਂ ਸਾਰੇ ਨੂੰ ਅਸੀਂ ਬੇਨਤੀ ਕਰਦੇ ਕਿ ਤੁਹਾਡੀ ਮਾਨਸਿਕ ਜਿਹੜੀ ਹੈ ਨਾ ਮਜ਼ਬੂਤੀ ਹੋਣੀ ਚਾਹੀਦੀ ਆ, ਮਨ ਦੀ ਮਜ਼ਬੂਤੀ ਹੋਣੀ ਚਾਹੀਦੀ ਆ, ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਮਹਾਰਾਜ ਦੇ ਚਰਨਾਂ ਦੇ ਉੱਤੇ। ਪਹਿਲਾਂ ਤਾਂ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਫਿਰ ਤੁਹਾਡੀ ਮਨ ਦੀ ਮਜ਼ਬੂਤੀ ਹੋਣੀ ਚਾਹੀਦੀ ਆ। ਤੇ ਫਿਰ ਇਹ ਜਿਹੜੀਆਂ ਬਿਮਾਰੀਆਂ ਨਾ, ਮਹਾਰਾਜ ਕਹਿੰਦੇ ਭੰਨੀ ਜਾਏ ਨਾ ਧੀਰ ਧਰੋਆ, ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਇਹ ਧੀਰ ਧਰੋਆ ਇਹੋ ਹੀ ਆ ਜਿਹੜੀਆਂ ਬਿਮਾਰੀਆਂ ਨਾ, ਜਿਸ ਵੇਲੇ ਸਿੰਘ ਬੁੱਕਦਾ, ਨਾਮ ਅੰਦਰ ਜਪਦਾ, ਨਾਮ ਮਹਾਰਾਜ ਦਾ ਇਹੋ ਹੀ ਆ ਵੀ ਸਿੰਘ ਬੁੱਕੇ ਮਿਰਗਾਵਲੀ। ਜਦੋਂ ਸਿੰਘ ਬੁੱਕਦਾ ਨਾ, ਜਿੰਨੇ ਵੀ ਆਪਣੇ ਪਕਸ਼ੀ ਹੈ ਜੰਗਲ ਦੇ ਸਾਰੇ ਦੌੜ ਜਾਂਦੇ ਆ, ਤੇ ਉਹ ਸਹਿਮ ਜਾਂਦੇ ਆ। ਭੰਨੀ ਜਾਏ ਨਾ ਧੀਰ ਧਰੋਆ, ਉਹਨਾਂ ਦਾ ਵੀ ਧੀਰਜ ਜਿਹੜਾ ਟੁੱਟ ਜਾਂਦਾ ਕਿ ਹੁਣ ਸਿੰਘ ਆ ਗਿਆ। ਇਸ ਤਰ੍ਹਾਂ ਸਾਡੇ ਅੰਦਰ ਜਦੋਂ ਨਾਮ ਗੱਜਦਾ ਨਾ ਅੰਦਰ, ਗੁਰਮਤੀ ਨਾਮ, ਮਹਾਰਾਜ ਕਹਿੰਦੇ ਅੰਦਰ ਹੀ ਸ਼ਬਦ ਗੱਜਿਆ, ਤੇ ਜਦੋਂ ਸ਼ਬਦੀ ਗੋਬਿੰਦ ਗੱਜਿਆ। ਹਾਂਜੀ, ਉਹ ਜਦੋਂ ਗੁਰ ਸ਼ਬਦੀ ਗੋਬਿੰਦ ਗੱਜਦਾ ਜਦੋਂ ਅੰਦਰ, ਤੇ ਤੱਕ ਸ਼ਕਤੀ ਆਏਗੀ ਨਾ। ਜੀ ਜੀ, ਅੰਦਰ ਸ਼ਕਤੀ ਆ ਜਾਂਦੀ। ਗੁਰਸਿੱਖਾਂ ਦੇ ਬਹੁਤ ਇਹੋ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਕਿ ਤੁਸੀਂ ਆਪਣੇ ਮਨ ਨੂੰ ਪਹਿਲਾਂ ਮਜ਼ਬੂਤ ਕਰੋ, ਤੇ ਫਿਰ ਤੁਹਾਡੇ ਅੰਦਰ ਇਹ ਜਿਹੜੀਆਂ ਬਿਮਾਰੀਆਂ ਤਾਂ ਦੌੜ ਜਾਂਦੀਆਂ ਸਾਰੀਆਂ। ਤੇ ਇਹ ਜਦੋਂ ਤੱਕ ਸਾਡਾ ਮਨ ਮਜ਼ਬੂਤ ਨਹੀਂ, ਅਸੀਂ ਡਰਦੇ ਆ, ਡਰਨਾ ਨਹੀਂ ਚਾਹੀਦਾ। ਭਉ ਨਹੀਂ ਲਾਗੇ ਜਾਂ ਐਸੇ ਬੁਝਿਆ। ਜਦੋਂ ਸਾਡੇ ਅੰਦਰ ਅਸੀਂ ਬੁਝ ਲਈਏ ਕਿ ਪ੍ਰਮਾਤਮਾ ਤਾਂ ਸਾਡੇ ਹਾਜ਼ਰ ਨਾਜ਼ਰ ਆ, ਤੇ ਪ੍ਰਮਾਤਮਾ ਦੇ ਲਾਗੇ ਇਦਾਂ ਦੀਆਂ ਚੀਜ਼ਾਂ ਨਹੀਂ ਆਉਂਦੀਆਂ। ਤੇ ਅਸੀਂ ਜਦੋਂ ਮਹਾਰਾਜ ਕਹਿੰਦੇ ਕਿ ਜਦੋਂ ਅਸੀਂ ਭੁਲਾ ਦਿੰਦੇ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਸ ਵੇਲੇ ਪਰਮੇਸ਼ਰ ਨੂੰ ਭੁਲਾ ਦਿੰਦੇ ਤੇ ਰੋਗ ਆਪਣੇ ਆਪ ਹੀ ਸਾਡੇ ਤੇ ਅਸਰ ਕਰਦੇ ਆ। ਤੇ ਇਹਨਾਂ ਤੇ ਅਸਰ ਹੋਣ ਤੋਂ ਪਹਿਲਾਂ ਹੀ ਆਪਣੇ ਮਨ ਨੂੰ ਇੰਨਾ ਮਜ਼ਬੂਤ ਕਰ ਲਓ ਕਿ ਜਿਸ ਤਰ੍ਹਾਂ ਤੁਸੀਂ ਇਤਿਹਾਸ ਸੁਣਦੇ ਕਿ ਉਹਨਾਂ ਨੇ ਜਪਜੀ ਸਾਹਿਬ ਦਾ ਵੀ ਆਵਾਜ਼ ਆਉਂਦੀ ਸੀ ਜਦੋਂ ਉਹਨਾਂ ਨੂੰ ਕੱਟਿਆ ਨਾ, ਸਰੀਰ ਉਹਨਾਂ ਦਾ ਕੱਟਿਆ ਤੇ ਜਪਜੀ ਸਾਹਿਬ ਦੀ ਆਵਾਜ਼ ਆਉਂਦੀ। ਕਹਿੰਦੇ ਆਵਾਜ਼ ਕਿੱਥੋਂ ਆ ਰਹੀ? ਕਹਿੰਦੇ ਜੇ ਜਪਜੀ ਸਾਹਿਬ ਪੂਰਾ ਹੀ ਨਹੀਂ ਹੋਇਆ। ਤੇ ਉਦੋਂ ਤੱਕ ਉਹਨਾਂ ਦੇ ਅੰਦਰ ਉਹ ਸ਼ਬਦ ਗੱਜਦਾ ਰਿਹਾ, ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ। ਉਹ ਸ਼ਬਦ ਉਹ ਦੰਦਿਆਂ ਨਾਲ ਕੱਟ ਰਹੇ ਆ ਤੇ ਅੰਦਰੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਆ। ਉਹ ਬੰਦ ਕੱਟ ਰਹੇ ਆ ਤੇ ਬਾਣੀ ਦੇ ਅੰਦਰੋਂ ਆਵਾਜ਼ ਆ ਰਹੀ ਆ। ਉਹ ਕਹਿੰਦੇ ਆਵਾਜ਼ ਕਿੱਥੋਂ ਆਉਂਦੀ ਹੈ? ਕਹਿੰਦੇ ਇਹਨਾਂ ਦੇ ਅੰਦਰ ਰੋਮ ਰੋਮ ਗੁਰਮੁਖ, ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ। ਉਹ ਜਿਹੜਾ ਗੁਰਮੁਖਾਂ ਦੇ ਅੰਦਰ ਰੋਮ ਰੋਮ ਬਸਿਆ ਹੋਇਆ ਨਾ ਪ੍ਰਮਾਤਮਾ ਦਾ ਨਾਮ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਕਿ ਠੰਡੇ ਕੱਚੇ ਬਰਤਨ ਦੇ ਵਿੱਚ ਘਿਓ ਰਚ ਜਾਂਦਾ, ਇਸ ਤਰ੍ਹਾਂ ਨਾਮ ਰਚ ਜਾਂਦਾ ਸਾਡੇ ਮਨ ਦੇ ਅੰਦਰ। ਸਾਡੇ ਸਰੀਰ ਦੇ ਅੰਦਰੋਂ ਵੀ ਆਵਾਜ਼ ਆਉਣੀ ਚਾਹੀਦੀ, ਗੁਰਮੁਖ ਰੋਮ ਰੋਮ ਹਰ ਧਿਆਵੇ। ਸਾਡੇ ਮਹਾਂਪੁਰਸ਼ ਹੋਇਆ ਬਹੁਤ, ਦਮਦਮੀ ਟਕਸਾਲ ਦੇ ਮਹਾਨ ਮਹਾਂਪੁਰਸ਼, ਜਿਨ੍ਹਾਂ ਦੇ ਅੰਦਰੋਂ ਆਵਾਜ਼ ਆ ਰਹੀ ਸੀਗੀ। ਉਹਨਾਂ ਦਾ ਨਾਮ ਵੀ ਉਹਨਾਂ ਦੇ ਨਾਮ ਤੇ ਚੱਲੇ। ਆਪਣੇ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਹੋਏ ਨਾ, ਇਹਨਾਂ ਦੇ ਕਰਤਾਰ ਸਿੰਘ ਜੀ ਤੋਂ ਪਹਿਲਾਂ, ਬਾਬਾ ਜੀ ਤੋਂ, ਉਹਨਾਂ ਤੋਂ, ਹਾਂਜੀ, ਸੁੰਦਰ ਸਿੰਘ ਜੀ, ਕੀ ਨਾਮ ਹੋਇਆ? ਬਾਬਾ ਸੁੰਦਰ ਸਿੰਘ ਜੀ। ਹਾਂਜੀ, ਉਹਨਾਂ ਦੇ ਰੋਮ ਰੋਮ ਤੇ ਆਉਂਦੀ ਸੀ ਆਵਾਜ਼, ਆਉਂਦੀ ਸੀ ਆਪਣੇ ਰੋਮਾਂ ਦੇ ਵਿੱਚ ਦੀ, ਸਾਰੇ ਸਰੀਰ ਵਿੱਚੋਂ। ਉਹਨਾਂ ਨੂੰ ਕੋਈ ਬਿਮਾਰੀਆਂ ਨਹੀਂ ਅਸਰ ਕਰਦੀਆਂ ਜਿਨ੍ਹਾਂ ਤੇ ਨਾਮ ਦਾ ਅਸਰ ਹੁੰਦਾ। ਨਸ ਵੰਜੋ ਕਿਲ ਵੇਖੋ। ਜੀ ਜਦੋਂ ਨਸ ਵੰਜੋ ਕਿਲ ਵੇਖੋ, ਕਰਤਾ ਘਰ ਆਇਆ। ਜਦੋਂ ਮਿਹਰ ਰਹਿਮਤ ਹੁੰਦੀ ਹੈ ਤੇ ਫਿਰ ਰੂਹ ਕਹਿੰਦੀ ਆ ਵੀ ਹੁਣ ਭੱਜ ਜੋ, ਹੁਣ ਮੇਰਾ ਮਾਲਕ ਮੇਰੇ ਹਿਰਦੇ ਘਰ ਚ ਆ ਗਿਆ ਜੇ। ਉਹ ਬਿਮਾਰੀਓ ਦੁੱਖੋ ਭੱਜ ਜੋ, ਮੇਰਾ ਮਾਲਕ ਆ ਗਿਆ ਜੇ, ਵੇਖ ਲੋ। ਸੋ ਇਹ ਹਾਲਾਤ ਫੇਰ ਹੀ ਬਣਦੇ ਨੇ ਜੇ ਆਪਾਂ ਉਧਰ ਰੱਬ ਵਾਲੇ ਪਾਸੇ ਕੁਝ ਵਧਾਵਾਂਗੇ ਅਭਿਆਸ। ਹਾਂਜੀ, ਭੰਨੀ ਜਾਏ ਨਾ ਧੀਰ ਧਰੋਆ, ਭੰਨੀ ਜਾਏ ਨਾ ਧੀਰ ਤੋਂ ਮੁੜ ਕੇ ਦੇਖਦੇ ਨਹੀਂ। ਦੁੱਖ ਸੁੱਖ ਜਿਹੜੇ ਨੱਠ ਜਾਂਦੇ, ਇਹਨਾਂ ਪਿੱਛੇ ਮੁੜ ਕੇ ਨਹੀਂ ਦੇਖਦੇ, ਉਹਦਾ ਧੀਰਜ ਟੁੱਟ ਜਾਂਦਾ। ਤੋ ਮੇਰੀ ਬੇਨਤੀ ਇਹ ਸੀ ਕਿ ਆਪਾਂ ਨੂੰ ਜਦੋਂ ਤੱਕ ਆਪਣਾ ਮਨ ਆਤਮਾ ਮਜ਼ਬੂਤ ਨਹੀਂ ਹੁੰਦੀ, ਉਦੋਂ ਤੱਕ ਇਹ ਬਿਮਾਰੀਆਂ ਦਾ ਅਸਰ ਦਾ ਡਰ ਰਹੇਗਾ ਸਾਨੂੰ। ਤੇ ਡਰ ਉਦੋਂ ਹਟੇਗਾ ਜਦੋਂ ਤ੍ਰਿਪਤ ਭਈ ਭਉ ਭੋਜਨ ਖਾਇਆ। ਜਦੋਂ ਅਸੀਂ ਨਾਮ ਦੇ ਨਾਲ ਜੁੜਾਂਗੇ, ਇਹ ਬਿਮਾਰੀਆਂ, ਪਰੇਸ਼ਾਨੀਆਂ ਤੁਹਾਡੇ ਅੰਦਰੋਂ ਦੌੜ ਜਾਣਗੀਆਂ। ਤੇ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਾਡਾ ਪ੍ਰੈਕਟੀਕਲ ਹੈ, ਅਸੀਂ ਆਪਣਾ ਪ੍ਰੈਕਟੀਕਲ ਤੁਹਾਨੂੰ ਦੱਸਦੇ ਆ ਕਿ ਅਸੀਂ ਜਿਸ ਵੇਲੇ ਬਿਮਾਰੀ ਦਾ ਨਾਮ ਸੁਣਿਆ ਜਾਂ ਗੱਲਬਾਤ ਸੁਣਿਆ, ਅਸੀਂ ਬਹੁਤ ਉਹਨਾਂ ਲੋਕਾਂ ਦੇ ਨਾਲ ਸੰਪਰਕ ਕੀਤਾ ਕਿ ਇਹਦਾ ਵਿਰੋਧ ਕਿਸ ਤਰ੍ਹਾਂ ਕੀਤਾ ਜਾਵੇ ਔਰ ਇਹ ਤੋਂ ਕਿੱਦਾਂ ਬਚਿਆ ਜਾਵੇ। ਜੋ ਕਈਆਂ ਦੇ ਜਿਹੜੇ ਬੜੇ ਬੜੇ ਡਾਕਟਰ ਸਾਡੇ, ਕਿਉਂਕਿ ਸਾਡਾ ਹਸਪੀਟਲ ਆ, ਸਾਡੇ ਕੋਲ ਬੜੇ ਬੜੇ ਡਾਕਟਰ ਕੰਮ ਕਰਦੇ ਆ, ਔਰ ਕਈ ਲੋਕ ਸਾਡੇ ਨਾਲ ਜੁੜੇ ਹੋਏ ਆ। ਜਿਸ ਵੇਲੇ ਦੀਆਂ ਸਾਨੂੰ ਕਾਲਾਂ ਆਈਆਂ, ਉਹ ਕਹਿਣ ਲੱਗੇ ਜੀ ਇਹਦਾ ਬਿਮਾਰੀ ਦਾ ਇਲਾਜ ਇੱਕੋ ਹੀ ਆ, ਤੇ ਜਿਹੜਾ ਮਨ ਆ ਤੁਹਾਡਾ ਉਹ ਸਿਮਰਨ ਨਾਲ ਜੋੜ ਦਿਓ,
ਦੂਸਰੀ ਗੱਲ ਇਹ ਆ ਕਿ ਤੁਸੀਂ 4 ਵਾਰ ਗਰਮ ਪਾਣੀ, ਜਦੋਂ ਜ਼ਿਆਦਾ ਤੋਂ ਜ਼ਿਆਦਾ ਗਰਮ ਪਾਣੀ ਜਿਹੜਾ ਨਾ ਉਹ ਤੁਸੀਂ ਜ਼ਿਆਦਾ ਪੀਓ, ਔਰ ਗਰਮ ਪਾਣੀ ਦੀ ਭਾਫ ਲੈਣੀ ਆ। ਤੇ ਇਹਦੇ ਨਾਲ ਭਾਫ ਦੇ ਨਾਲ ਵੀ ਕਈ ਜਿਹੜੇ ਰੋਮ ਸਾਡੇ ਬੰਦ ਹੋ ਜਾਂਦੇ ਨਾ, ਉਹ ਸਾਰੇ ਖੁੱਲ ਜਾਣਗੇ। ਤੇ ਸਾਤਵਿਕ ਭੋਜਨ ਖਾਣਾ, ਹਲਕਾ ਭੋਜਨ ਖਾਣਾ, ਤੇ ਜ਼ਿਆਦਾ ਭਾਰਾ ਨਹੀਂ ਖਾਣਾ, ਥੋੜਾ ਜਿਹਾ ਭੁੱਖ ਰੱਖ ਕੇ ਖਾਣਾ, ਔਰ ਭਾਫ ਲੈਣੀ ਆ, ਪਾਣੀ ਗਰਮ ਲੈਣਾ, ਚਾਹ ਗਰਮ ਪੀਣੀ ਆ। ਜਿਸ ਤਰ੍ਹਾਂ ਸਿਆਲਾਂ ਨੂੰ ਤੁਸੀਂ ਚਾਹ ਪੀਂਦੇ ਆ ਨਾ, ਇਸ ਤਰ੍ਹਾਂ ਥੋੜੀ ਦਾਲਚੀਨੀ ਵਿੱਚ ਪਾ ਕੇ, ਔਰ ਥੋੜੇ ਲੌਂਗ ਪਾ ਕੇ, 1-2 ਜ਼ਿਆਦਾ ਨਹੀਂ, ਕਈਆਂ ਨੂੰ ਬਲੱਡ ਪ੍ਰੈਸ਼ਰ ਹੁੰਦਾ, ਤੋ ਦਾਲਚੀਨੀ ਪੀਸ ਕੇ ਤੇ ਉਹ ਥੋੜੀ ਤੁਸੀਂ ਉਹਦਾ ਪਾਣੀ ਪੀਓ, ਤੇ ਵਿੱਚ ਲੌਂਗ ਪਾ ਕੇ ਗਰਮ ਚਾਹ ਮਤਲਬ ਪੀਓ 2-4 ਵਾਰ ਦਿਹਾੜੀ ਦੇ ਵਿੱਚ। ਕਿਉਂਕਿ ਇਹ ਚਾਈਨਾ ਤੋਂ ਵੀ ਡਾਕਟਰਾਂ ਨੇ ਸਾਨੂੰ ਸਾਡੇ WhatsApp ਦੇ ਉੱਤੇ ਲਿਖਿਆ ਹੋਇਆ ਕਿ ਤੁਸੀਂ ਵਾਰ-ਵਾਰ ਚਾਹ ਪੀਓ, ਜਿਹੜੀ ਇੰਡੀਆ ਦੀ ਚਾਹ ਆ ਉਹ ਪੀਓ, ਜ਼ਿਆਦਾ ਤੇਜ਼ ਚਾਹ ਨਹੀਂ ਪੀਣੀ, ਗਰਮ ਜ਼ਿਆਦਾ ਥੋੜੀ ਗਰਮ ਪੀਣੀ ਹੈ, ਜਿੱਦਾਂ ਸਿਆਲਾਂ ਵਿੱਚ ਆਪਾਂ ਗਰਮ ਚਾਹ ਪੀਦੀ ਆ। ਤੇ ਪਾਣੀ ਗਰਮ ਕਰਕੇ ਪੀਣਾ ਹਰ ਸਮੇਂ, ਜਿਹੜਾ ਠੰਡਾ ਪਾਣੀ ਨਹੀਂ ਪੀਣਾ, ਤੇ ਗਰਮ ਪਾਣੀ ਪੀਣਾ, ਭਾਫ ਲੈਣੀ ਹੈ। ਇਹਦੇ ਨਾਲ ਤੁਹਾਨੂੰ ਕਾਫੀ ਠੀਕ ਹੋ ਜਾਊਗਾ, ਤੁਹਾਨੂੰ ਇਹ ਬਿਮਾਰੀ ਤੁਹਾਡੇ ਲਾਗੇ ਨਹੀਂ ਆਏਗੀ ਜੇ ਤੁਹਾਨੂੰ ਇਹ ਨਿਯਮ ਤੁਹਾਡੇ ਆਪਣੇ ਜੀਵਨ ਦੇ ਵਿੱਚ ਆ ਜਾਣਗੇ। ਤੇ ਡਰਨ ਦੀ ਲੋੜ ਨਹੀਂ ਹੈਗੀ। ਮਹਾਰਾਜ ਕਹਿੰਦੇ ਜਦੋਂ ਆਪਣਾ ਜਨਮ ਹੋ ਗਿਆ ਤੇ ਫਿਰ ਮਿਰਤ ਮੰਡਲ, ਮਹਾਰਾਜ ਕਹਿੰਦੇ ਮਿਰਤ ਮੰਡਲ ਜਗ ਸਾਜਿਆ ਜੋ ਬਾਲੂ ਘਰਵਾਰ, ਜੋ ਗੁਰੂ ਪਾਤਸ਼ਾਹ ਪਹਿਲੇ ਮਰਨ ਕਬੂਲ ਜੀਵਨ ਕੀ ਸ਼ਰਤਾਜ। ਤੋ ਮਹਾਰਾਜ ਕਹਿੰਦੇ ਆਪਣਾ ਮਿਰਤ ਮੰਡਲ, ਜਦੋਂ ਇਹ ਮਿਰਤ ਮੰਡਲ ਹੈ, ਆਪਣਾ ਜਨਮ ਹੋ ਗਿਆ, ਮਰਨਾ ਹੀ ਆ, ਮਰਨ ਤੋਂ ਨਹੀਂ ਡਰਨਾ ਚਾਹੀਦਾ। ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜਿੱਦਾਂ ਸਿਮਰਨ ਜੇ ਤੁਹਾਡੇ ਅੰਦਰ ਚੱਲ ਪਿਆ, ਸਿਮਰਨ ਸ਼ੁਰੂ ਹੋ ਗਿਆ, ਤੇ ਫਿਰ ਮੌਤ ਦਾ ਡਰ ਖਤਮ ਹੋ ਜਾਂਦਾ। ਇਸ ਕਰਕੇ ਆਪਾਂ ਡਰਨਾ ਨਹੀਂ, ਆਪਾਂ ਇਹਦਾ ਮੁਕਾਬਲਾ ਕਰਨਾ, ਦੁਸ਼ਮਣ ਦਾ ਮੁਕਾਬਲਾ ਕਰਨਾ ਚਾਹੀਦਾ, ਡਰਨਾ ਨਹੀਂ ਚਾਹੀਦਾ। ਉਹ ਤਾਂ ਬੁਝਦਿਲ ਹੁੰਦਾ ਜਿਹੜਾ ਡਰ ਕੇ ਬੈਠ ਜਾਂਦਾ। ਆਪਾਂ ਗੁਰੂ ਮਹਾਰਾਜ ਦੇ ਚਰਨਾਂ ਤੋਂ ਵਰਸਾਏ ਹੋਏ ਆ, ਆਪਾਂ ਗੁਰੂ ਵਾਲੇ ਆ। ਗੁਰੂਆਂ ਲੋਕਾਂ ਤਾਂ ਆਪਣੇ ਸਾਰੇ ਸਰਬੰਸ ਦਾਨ ਕਰ ਦਿੱਤਾ, ਉਹਨਾਂ ਨੂੰ ਬਾਰ ਦਿੱਤਾ, ਤਵੀਆਂ ਤੇ ਬੈਠ ਕੇ ਬੰਦ ਕਟਾਤਾ, ਆਪਣੀਆਂ ਗੁਰਮੁਖਾਂ ਨੇ ਉਹਨਾਂ ਨੇ ਆਪਣੀਆਂ ਸਾਰੀਆਂ ਕੁਰਬਾਨੀਆਂ ਕਰ ਦਿੱਤੀਆਂ। ਤੇ ਆਪਾਂ ਮਨ ਕਰਕੇ ਕਮਜ਼ੋਰ ਨਹੀਂ ਹੋਣਾ, ਜੇ ਮਨ ਕਰਕੇ ਕਮਜ਼ੋਰ ਹੋ ਗਏ ਤੇ ਫਿਰ ਆਪਾਂ ਮੁਕਾਬਲਾ ਨਹੀਂ ਕਰ ਸਕਦੇ। ਹਾਂ ਬਿਲਕੁਲ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਮਨ ਨੂੰ ਪਹਿਲਾਂ ਤਗੜਿਆ ਰੱਖਣਾ। ਵੇਖੋ ਜਿੰਨਾ ਗੁਰਮੁਖਾਂ ਪਿਆਰਿਆਂ ਦੇ ਸ਼ਹੀਦਾਂ ਦੀ ਬਾਬਾ ਜੀ ਸਾਡੇ ਨਾਲ ਵਿਚਾਰ ਸਾਂਝੀ ਕਰਦੇ ਪਏ ਨੇ, ਉਹ ਤਾਂ ਵੇਖੋ ਉਹਨਾਂ ਹਾਲਾਤਾਂ 'ਚ ਵੇਖੋ ਸੀਸ ਤਿਆਰਾ ਚੱਲਦਾ ਪਿਆ, ਉੱਥੇ ਨਹੀਂ ਡੋਲੇ। ਕੋਈ ਦੇਗਾਂ ਚੁੱਬਲ ਰਿਹਾ, ਉੱਥੇ ਨਹੀਂ ਡੋਲਿਆ। ਕੋਈ ਵੇਖੋ ਰੂਹ 'ਚ ਬੰਨ ਕੇ ਅੱਗ ਲਾ ਦਿੱਤੀ ਗਈ, ਉੱਥੇ ਨਹੀਂ ਕੋਈ ਡੋਲਿਆ। ਤੇ ਆਪਾਂ ਐਵੇਂ ਘਰੇ ਬੈਠੇ ਹੀ ਜੇ ਆਪਾਂ ਡੋਲੀ ਜਾਵਾਂਗੇ ਤੇ ਫਿਰ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਸਾਡੇ ਤੇ ਜਿਹੜੀਆਂ ਨੈਗੇਟਿਵ ਥਾਟਸ ਨੇ ਉਹ ਸਾਡੇ ਤੇ ਜ਼ਿਆਦਾ ਪ੍ਰਭਾਵ ਪਾਉਣਗੀਆਂ। ਸੋ ਮੈਂ ਸਮਝਦਾ ਕਿ ਜਿੰਨਾ ਆਪਾਂ ਬਾਣੀ ਦੇ ਨਾਲ ਜੁੜਾਂਗੇ, ਕਿਉਂਕਿ ਗੁਰਬਾਣੀ ਸਾਨੂੰ ਭਰੋਸਾ ਦਿੰਦੀ ਹੈ, ਬਖਸ਼ਿਸ਼ ਦਿੰਦੀ ਹੈ, ਗੁਰਬਾਣੀ 'ਚ ਸ਼ਕਤੀ ਹੈ। ਇਹ ਇਕੱਲਾ ਗਿਆਨ ਨਹੀਂ ਹੈ, ਇਹ ਇਕੱਲਾ ਗਿਆਨ ਨਹੀਂ ਹੈ ਜਿਵੇਂ ਕਿ ਕੁਝ ਲੋਕ ਇਹਨੂੰ ਫਿਲਾਸਫੀ ਦੇ ਰੂਪ ਵਿੱਚ ਬੜਾ ਜ਼ੋਰ ਲੱਗਾ ਕੁਝ ਲੋਕਾਂ ਦਾ, ਕਿ ਲੋਕਾਂ ਦਾ ਜਿਹੜਾ ਭਰੋਸਾ ਉਹਨੂੰ ਡਾਵਾਂਡੋਲ ਕਰਨ ਨੂੰ। ਪਤਾ ਨਹੀਂ ਬਾਬਾ ਜੀ ਇਹ ਵੀ ਕਿੱਥੋਂ ਇੱਕ ਨਸਲ ਵੱਖਰੀ ਜੰਪੀ ਆ, ਉਹਨਾਂ ਦਾ ਜ਼ੋਰ ਹੀ ਸਾਰਾ ਇਸੇ ਗੱਲ ਤੇ ਲੱਗਾ ਕਿ ਸੰਗਤਾਂ ਦਾ ਗੁਰਬਾਣੀ ਤੋਂ ਤੇ ਗੁਰੂ ਘਰ ਤੋਂ ਜਿਹੜਾ ਭਰੋਸਾ ਉਹ ਡੋਲ ਜੇ। ਇਹ ਸਿਰਫ ਇਹਨੂੰ ਇੱਕ ਜਿੱਦਾਂ ਫਿਲਾਸਫੀ ਹੈ ਨਾ, ਜਿੱਦਾਂ ਕੋਈ ਹੋਰ ਕਿਸੇ ਵਿਦਵਾਨ ਨੇ ਕੋਈ ਗੱਲ ਲਿਖਤੀ ਤੇ ਉੱਦਾਂ ਹੀ ਗੁਰੂ ਸਾਹਿਬ ਨੇ ਗੱਲ ਲਿਖਤੀ, ਉਹਨੂੰ ਉਹਦੇ ਬਰਾਬਰ ਲਿਆਉਣ ਦੇ ਉੱਤੇ ਉਹਨਾਂ ਦਾ ਜ਼ੋਰ ਲੱਗਾ। ਪਰ ਮੈਂ ਸਮਝਦਾ ਕਿ ਇਹ ਜਿੰਨਾ ਆਪਾਂ ਭਰੋਸੇ ਦੇ ਨਾਲ, ਜਿੰਨੇ ਪਿਆਰ ਦੇ ਨਾਲ ਬਾਣੀ ਨੂੰ ਪੜ੍ਹਾਂਗੇ, ਬਾਣੀ ਦੀ ਸ਼ਕਤੀ ਜਿਹੜੀ ਹੈ ਉਹ ਸਾਨੂੰ ਪ੍ਰੈਕਟੀਕਲੀ ਮਹਿਸੂਸ ਹੋਣ ਲੱਗ ਪਏਗੀ। ਜੀ ਬਾਬਾ ਜੀ, ਗੁਰੂ ਲੋਕਾਂ ਨੇ ਦੇਖੋ ਸਾਨੂੰ ਬਹੁਤ ਹੀ ਸਰਲ ਤਰੀਕੇ ਦੇ ਨਾਲ ਸਮਝਾਇਆ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤत्व को जियो, जो ये मन उर्मर रहे तो 3 लोक की बातें कहे। ਜਾਂ ਤਾਂ ਤੁਸੀਂ ਗੁਰਬਾਣੀ ਤੇ ਵਿਸ਼ਵਾਸ ਨਾ ਕਰੋ, ਜੇ ਵਿਸ਼ਵਾਸ ਕਰਦੇ ਤਾਂ ਉਹਦੇ ਅਨੁਸਾਰ ਆਪਣਾ ਜੀਵਨ ਬਣਾਓ। ਕਿਉਂਕਿ ਗੁਰੂ ਲੋਕਾਂ ਨੇ ਸਾਨੂੰ ਬਹੁਤ ਹੀ ਸਹਾਰਾ ਦਿੱਤਾ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰ। ਉਹ ਮਹਾਰਾਜ ਨੇ ਏਡੀਆਂ ਬਾਣੀਆਂ, ਏਡੀਆਂ ਸਾਨੂੰ ਸ਼ਬਦ ਦੱਸਿਆ ਕਿ ਧਰ ਜਾ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ, ਨਾਨਕ ਨਾਮ ਤੇ ਆਈਏ ਕਰ ਜਾਵੇ ਰਾਸ। ਡੋਲਣਾ ਨਹੀਂ, ਡੋਲ ਕੇ ਦੂਸਰੇ, ਜੇ ਤੁਸੀਂ ਡੋਲ ਗਏ ਤਾਂ ਦੁਨੀਆ ਸਾਰੀ ਡੋਲ ਜਾਏਗੀ। ਜੇ ਗੁਰਸਿੱਖ ਡੋਲ ਗਏ ਜਾਂ ਗੁਰੂ ਦੇ ਪਿਆਰੇ ਡੋਲ ਗਏ ਤੇ ਦੂਸਰੇ ਕਿੱਥੇ ਜਾਣਗੇ। ਇਸ ਕਰਕੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਰਾਖੇਗਾ ਸਿਰਜਣਹਾਰ, ਜਿਹਨੂੰ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਵੇਖੋ ਕਿੰਨੇ ਕਿੰਨੇ ਸ਼ਬਦ ਮਹਾਰਾਜ ਨੇ ਸਾਨੂੰ ਦਿੱਤੇ ਆ। ਗੁਰੂ ਮਹਾਰਾਜ ਨੇ ਦੇਖੋ, ਜਿਨ ਜੀਓ ਦਿਆ ਸੂਰਜ ਕਮਰਾਵੇ, ਸਭ ਘਟ ਭੀਤਰ ਹਾਟ ਚਲਾਵੇ। ਆ ਜਿਹੜਾ ਹਾਟ ਚੱਲਦਾ, ਰਾਤ ਨੂੰ ਆਪਾਂ ਸੌ ਜਾਂਦੇ, ਉਸ ਵੇਲੇ ਸਾਡਾ ਰਖਵਾਲਾ ਕੌਣ ਹੁੰਦਾ? ਅਸੀਂ ਮਾਤਾ ਪਿਤਾ ਸਾਡੇ ਕੋਲੋਂ ਚਲੇ ਗਏ, ਬਾਅਦ ਚ ਰਖਵਾਲਾ ਕੌਣ ਹੋਇਆ?
ਤੇ ਸਾਰੀਆਂ ਮਹਾਂਪੁਰਸ਼ਾਂ ਨੇ ਸਾਨੂੰ ਸਮਝਾਈਆਂ ਹੋਈਆਂ ਗੱਲਾਂ ਜਿਹੜੀਆਂ ਤਦੇ ਹੀ ਸਾਡਾ ਜੀਵਨ ਉੱਚਾ ਸੁੱਚਾ ਹੋਏਗਾ ਜੇ ਅਸੀਂ ਗੁਰੂ ਲੋਕਾਂ ਦੀ ਗੱਲ ਸੁਣਾਂਗੇ ਤੇ ਗੁਰੂ ਲੋਕਾਂ ਦਾ ਜੋ ਕਿਹਾ ਹੋਇਆ ਉਹ ਆਪਣੇ ਜੀਵਨ ਵਿੱਚ ਲਿਆਵਾਂਗੇ। ਤੋ ਅੱਜ ਇਹ ਲੋੜ ਹੈ ਸਾਨੂੰ, ਅੱਜ ਨਾ ਜਿੰਨੀ ਵੀ ਦੌਲਤ ਤੁਹਾਡੇ ਜੀਵਨ ਦੀ ਹੈਗੀ ਅੱਜ ਲਗਾ ਦਿਓ, ਅਜੇ ਆਪਾਂ ਪਾਰ ਲੰਘਣਾ ਨਾ, ਕਿਉਂਕਿ ਇਹ ਜੋ ਸਾਡੇ ਅੱਜ ਦੇਖ ਰਹੇ ਨਾ ਆਪਾਂ, ਇਹ ਮੌਤ ਦੀ ਨਦੀਆਂ ਚੱਲ ਰਹੀਆਂ, ਮੌਤ ਦਾ ਜਿਹੜਾ ਦਰਿਆ ਚੱਲਦੇ ਨਾ ਪਾਣੀ ਦੇ, ਇਸ ਤਰ੍ਹਾਂ ਮੌਤਾਂ ਦੀਆਂ ਦਰਿਆ ਚੱਲਦੇ ਹੁੰਦੇ ਆ। ਤੇ ਇਹਨੂੰ ਦੇਖ ਕੇ ਘਬਰਾਉਣਾ ਨਹੀਂ ਹੈਗਾ। ਇਹ ਮਹਾਰਾਜ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਬੇੜੇ। ਜੇ ਮਹਾਰਾਜ ਦੀ ਬਾਣੀ ਅਖੀਰਲੀ ਮਹਾਰਾਜ ਕਹਿੰਦੇ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲਗਾ। ਉਹ ਪਾਰ ਲਗਾਉਣੇ ਵਾਲਾ ਜੇ ਕੋਈ ਇਸ ਤਰ੍ਹਾਂ ਦੀ ਸਾਨੂੰ ਪਰੇਸ਼ਾਨੀ ਆਈ ਵੀ ਤਾਂ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ, ਸੁਖ ਸਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਇਹ ਗੁਰੂ ਪਾਤਸ਼ਾਹ ਜੀ ਦੇ ਮਹਾਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਦਿਖਾਇਆ, ਉਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਦੇਖ ਲਓ, ਗੁਰੂ ਪੰਚਮ ਪਾਤਸ਼ਾਹ ਜੀ ਦਾ ਦੇਖ ਲਓ, ਔਰ ਗੁਰਸਿੱਖਾਂ ਦਾ ਦੇਖ ਲਓ, ਦਸਮ ਪਾਤਸ਼ਾਹ ਜੀ ਦਾ ਦੇਖ ਲਓ। ਸਾਨੂੰ ਇੱਕ ਵਾਰੀ ਪਰੇਸ਼ਾਨੀ ਹੋਈ, ਅਸੀਂ ਬਹੁਤ ਘਬਰਾ ਗਏ, ਬੜੇ ਡੋਲੇ। ਮੈਂ ਇੰਗਲੈਂਡ ਗਿਆ ਹੋਇਆ ਸੀ, ਤੋ ਜਿਸ ਵੇਲੇ ਮੈਂ ਘਬਰਾ ਗਿਆ, ਮੈਨੂੰ ਘਬਰਾਹਟ ਸ਼ੁਰੂ ਹੋਈ ਤੇ ਇੱਕ ਮੈਂ ਸਾਡੇ ਗੁਰਸਿੱਖ ਸੀ ਤੇ ਮੈਂ ਕਿਹਾ ਮੈਨੂੰ ਇੱਕ ਕਮਰਾ ਚਾਹੀਦਾ ਵੱਖਰਾ, ਮੇਰੇ ਕੋਲ ਕੋਈ ਨਾ ਆਵੇ। ਉਹ ਕਹਿਣ ਲੱਗੇ ਵੀ ਤੁਸੀਂ ਸਿਮਰਨ ਕਰਨਾ। ਮੈਂ ਕਿਹਾ ਨਹੀਂ, ਮੇਰਾ ਮਨ ਥੋੜਾ ਜਿਹਾ ਉਦਾਸ ਹੈ। ਕਹਿੰਦੇ ਕੋਈ ਨੀ, ਵੀ ਤੁਹਾਡਾ ਇਲਾਜ ਕਰ ਦਿੰਦੇ ਆ। ਉਹਨਾਂ ਨੇ ਮੈਨੂੰ ਸਾਹਿਬਜ਼ਾਦਿਆਂ ਦੀ ਨਾ ਬਣਾਈ ਹੋਈ ਇੱਕ ਫਿਲਮ ਸੀ ਸਾਹਿਬਜ਼ਾਦਿਆਂ ਦੀ, ਜਿਸ ਵੇਲੇ ਮੈਂ ਉਹ ਦੇਖੀ ਤਾਂ ਮੇਰੇ ਮਨ ਨੂੰ ਮੈਨੂੰ ਪਾਠ ਕਰਨ ਦੀ ਵੀ ਜ਼ਰੂਰਤ ਨਹੀਂ ਰਹੀ, ਮੈਨੂੰ ਸਾਧਨਾ ਕਰਨ ਦੀ ਜ਼ਰੂਰਤ ਨਹੀਂ ਰਹੀ। ਜਿਸ ਵੇਲੇ ਉਹਨਾਂ ਦੇ ਜੀਵਨ ਦੀ ਉਹ ਮੈਂ ਦੇਖੀ ਵੀ ਕਿਸ ਤਰ੍ਹਾਂ ਹੋਇਆ ਉਹਨਾਂ ਦਾ ਜੀਵਨ, ਮੇਰਾ ਫਿਰ ਹੌਸਲਾ ਮਤਲਬ ਮਜ਼ਬੂਤ ਹੋ ਗਿਆ, ਮਨ ਜਿਹੜਾ ਡੋਲਦਾ ਸੀ ਨਾ ਉਹ ਮਜ਼ਬੂਤ ਹੋ ਗਿਆ। ਤੋ ਕਈ ਵਾਰੀ ਦੇਖ ਕੇ ਗੁਰਸਿੱਖਾਂ ਦਾ ਜੀਵਨ, ਗੁਰੂ ਲੋਕਾਂ ਦਾ ਜੀਵਨ, ਸਾਡੇ ਅੰਦਰ ਇੱਕ ਨਵਾਂ ਜੀਵਨ ਆ ਜਾਂਦਾ। ਤੇ ਅਸੀਂ ਤਦੇ ਅਸੀਂ ਇਹ ਸਾਰੀ ਆਪ ਸੰਗਤ ਨੂੰ ਵੀ ਬੇਨਤੀ ਕਰ ਰਹੇ ਆ ਕਿ ਤੁਸੀਂ ਆਪਣੇ ਮਨ ਨੂੰ ਬਣਾਓ। ਮਨ ਬਣ ਗਿਆ, ਮਨ ਮਾਨਿਆ ਤੋ ਹਰ ਜਾਣਿਆ। ਤੇ ਮਨ ਨੂੰ ਜਿਹੜਾ ਕਮਜ਼ੋਰ ਨਹੀਂ ਹੋਣ ਦੇਣਾ, ਇਹ ਆਪਣੇ ਸ਼ਬਦ ਦੇ ਨਾਲ ਜੁੜ ਕੇ ਤੇ ਗੁਰੂ ਲੋਕਾਂ ਦਾ ਜੋ ਸਾਨੂੰ ਉਪਦੇਸ਼ ਆ ਉਹ ਆਪਣੇ ਜੀਵਨ ਦੇ ਵਿੱਚ ਲਿਆ ਕੇ ਜੋ ਵੀ ਸਾਡੇ ਕੋਲ ਹੈ ਉਹ ਗਰੀਬਾਂ ਲੋਕਾਂ ਦੀ ਮਦਦ ਵਾਸਤੇ ਖੜੇ ਹੋ ਜਾਓ, ਉਹਨਾਂ ਲੋਕਾਂ ਦੀ ਖੜੇ ਹੋ ਜਾਓ ਜਿਨ੍ਹਾਂ ਨੂੰ ਇਸ ਵੇਲੇ ਜ਼ਰੂਰਤ ਆ। ਤੇ ਤੁਹਾਡਾ ਇਹ ਧਿਆਨ ਜਿਹੜਾ ਹੈਗਾ ਗੁਰੂ ਚਰਨਾਂ ਦੇ ਵਿੱਚ ਹੀ ਚਲੇ ਜਾਏਗਾ। ਗੁਰੂ ਮਹਾਰਾਜ ਸਾਨੂੰ ਹੋਰ ਚਰਨ ਸ਼ਰਨ ਗੁਰ ਚਰਨ ਸ਼ਰਨ ਇੱਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੈ। ਤੇ ਤੁਹਾਡੀ ਪਰੇਸ਼ਾਨੀ ਗੁਰੂ ਮਹਾਰਾਜ ਨੇ ਪੂਰੀ ਕਰ ਦੇਣੀ। ਅੱਜ ਜਿੰਨੇ ਜੋ ਕੁਛ ਵੀ ਹੋ ਰਿਹਾ ਉਹਦੀ ਆਗਿਆ ਨਾਲ ਹੋ ਰਿਹਾ, ਤੇ ਗੁਰੂ ਪਾਤਸ਼ਾਹ ਤੁਹਾਨੂੰ ਆਪਣੇ ਚਰਨਾਂ ਦਾ ਉਹ ਆਸਰਾ ਦੇ ਕੇ ਇਹਨਾਂ ਪਰੇਸ਼ਾਨੀਆਂ ਤੋਂ ਦੂਰ ਰੱਖੇਗਾ ਔਰ ਸਾਰੀ ਤਰ੍ਹਾਂ ਠੀਕ ਕਰ ਦੇਗਾ। ਘਬਰਾਉਣ ਦੀ ਲੋੜ ਨਹੀਂ ਹੈ। ਜਦ ਗੁਰੂ ਲੋਕ ਨਹੀਂ ਘਬਰਾਏ ਇੰਨਾ ਕੁਛ ਸਾਰਾ ਕੁਛ ਕਰਦਿਆਂ ਹੋਇਆ ਵੀ, ਤੇ ਅਸੀਂ ਵੀ ਉਹਨਾਂ ਦੇ ਬੱਚੇ ਆ, ਅਸੀਂ ਤਦ ਹੀ ਬੱਚੇ ਆ ਉਹਨਾਂ ਦੇ, ਜੇ ਅਸੀਂ ਉਹਨਾਂ ਦੀ ਗੱਲ ਮੰਨ ਕੇ ਆਪਣੇ ਜੀਵਨ ਦੇ ਵਿੱਚ ਉਹਨਾਂ ਦਾ ਜੋ ਕਿਹਾ ਹੋਇਆ ਧਾਰਨ ਕਰਾਂਗੇ ਤਦ ਹੀ ਅਸੀਂ ਉਹਨਾਂ ਦੇ ਬੱਚੇ ਆ। ਨਹੀਂ ਤਾਂ ਅਸੀਂ ਵੀ ਉਦਾਂ ਦੇ ਆ ਜਿੱਦਾਂ ਦੇ ਮਨਮੁਖ ਹੋਰ ਤੁਰੇ ਫਿਰਦੇ ਉਦਾਂ ਅਸੀਂ ਤੁਰੇ ਫਿਰਦੇ ਆ। ਤੇ ਸਾਡੇ ਵਿੱਚ ਉਹਨਾਂ ਵਿੱਚ ਹੁਣ ਫਰਕ ਕੀ ਹੋਇਆ ਇਸ ਕਰਕੇ। ਬਿਲਕੁਲ ਬਾਬਾ ਜੀ, ਇਹਦੇ ਚ ਵੇਖੋ ਨਾ, ਉਹ ਦੁਨੀ ਚੰਦ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ, ਇੱਕ ਬੜੇ ਸੂਈ ਦਿੱਤੀ ਵੀ ਆ ਰੱਖ ਲਾ ਕੋਲੇ, ਅੱਗੇ ਦਰਗਾਹ ਚ ਲੈ ਲਾਂਗੇ। ਤੇ ਫਿਰ ਉਹਨੂੰ ਸੋਝੀ ਆਈ ਵੀ ਮੈਂ ਤਾਂ ਬੜੇ ਅੰਬਾਰ ਲਾਈ ਬੈਠਾ, ਕਿੰਨੇ ਝੰਡੇ ਮੇਰੇ ਲੱਗੇ ਹੋਏ ਨੇ ਵੀ ਇੰਨੇ ਲੱਖ। ਉਸ ਵੇਲੇ ਦੇ ਕਈ ਲੱਖਾਂ ਦਾ ਉਹ ਮਾਲਕ ਸੀਗਾ। ਫਿਰ ਗੁਰੂ ਸਾਹਿਬ ਨੇ ਉਹਨੂੰ ਗਿਆਨ ਦਿੱਤਾ ਕਿ ਜੇ ਤੂੰ ਚਾਹੁੰਦਾ ਕਿ ਇਹ ਜਿਹੜੀ ਤੇਰੀ ਕਿਰਤ ਕਮਾਈ ਹੈ ਸਫਲੀ ਹੋ ਜੇ ਤੇ ਫਿਰ ਵੰਡ ਦੇ ਇਹਨੂੰ। ਜੇ ਤੂੰ ਨਾਨਕ ਅੱਗੇ ਸੇਮ ਲੈ, ਜੇ ਖੱਟੇ ਘਾਲੇ ਦੇ, ਜੇ ਇੱਥੇ ਸੇਵਾ ਕਰਾਂਗੇ ਤੇ ਫਿਰ ਉਹ ਅੱਗੇ ਮਿਲਣੀ ਹੈ। ਇੱਥੇ ਦੇ ਬੈਂਕ ਬੈਲੈਂਸ ਤਾਂ ਫਿਰ ਇੱਥੇ ਹੀ ਰਹਿ ਜਾਣੇ ਨੇ। ਸੋ ਮੈਨੂੰ ਲੱਗਦਾ ਕਿ ਜਿਹੜਾ ਆਪ ਜੀ ਬਾਰ-ਬਾਰ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕਰਦੇ ਪਏ ਹੋ, ਇਹ ਆਪਣੀ ਮਾਇਆ ਸਫਲੀ ਹੋ ਸਕਦੀ ਹੈ, ਕਿਉਂਕਿ ਇਹ ਔਖਾ ਸਮਾਂ ਹੈ ਨਾ। ਮਾਇਆ ਤਾਂ ਰੱਬ ਹੋਰ ਦੇ ਦੇਗਾ, ਜਿਨ੍ਹਾਂ ਨੂੰ ਕੋਈ ਸਾਧਨ ਨੇ ਮਾਇਆ ਆਉਣ ਦੇ ਕਾਰੋਬਾਰ ਚੰਗੇ ਨੇ, ਉਹ ਮਾਇਆ ਆ ਹੀ ਜਾਣੀ ਹੈ। ਸੋ ਇਸ ਵੇਲੇ ਜਿਹੜੀ ਕੀਤੀ ਹੋਈ ਸੇਵਾ ਜਿਹੜੀ ਆ ਮਨੁੱਖਤਾ ਦੀ ਸੇਵਾ, ਮੈਂ ਸਮਝਦਾ ਕਿ ਜੋ ਗੁਰੂ ਸਾਹਿਬਾਂ ਦਾ ਸਾਡਾ ਉਪਦੇਸ਼ ਹੈ ਸਾਡੇ ਵਾਸਤੇ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਸੋ ਇਸ ਖਲਕਤ ਦੇ ਵਿੱਚ ਰੱਬ ਹੀ ਵਸਦਾ, ਇਹਨੂੰ ਆਪਾਂ ਰੱਬ ਜਾਣ ਕੇ, ਜਿਵੇਂ ਭਾਈ ਘਨੱਈਏ ਜੀ ਵਾਲਾ ਜਿਹੜਾ ਪ੍ਰਸੰਗ ਹੈ ਉਹ ਸਾਨੂੰ ਅੱਜ ਆਪਣੇ ਮਨ 'ਚ ਲਿਆਉਣਾ ਪਏਗਾ ਕਿ ਜਿਹੜੀ ਲੁਕਾਈ ਹੈ ਉਹ ਤਾਂ ਦੁਸ਼ਮਣਾਂ ਨੂੰ ਗੋਬਿੰਦ ਰੂਪ ਜਾਣ ਕੇ ਉਹਨਾਂ ਨੂੰ ਜਲ ਛਕਾਉਂਦੇ ਸੀ। ਅਸੀਂ ਤਾਂ ਇਹ ਜਿਹੜੀ ਲੁਕਾਈ ਆ ਉਹਦੀ ਸੇਵਾ ਜਿਹੜੀ ਹੈ ਉਹ ਗੁਰੂ ਰੂਪ ਜਾਣ ਕੇ ਕਰੀਏ, ਤਾਂ ਕਿ ਕੋਈ ਭੁੱਖਾ ਨਾ ਮਰੇ ਇਹ ਬਿਮਾਰੀ ਦੇ ਕਾਰਨ। ਕਿਉਂਕਿ ਸਾਰਿਆਂ ਦੇ ਕੰਮ ਕਾਜ ਜਿਹੜੇ ਛੋਟੇ ਕੰਮਾਂ ਵਾਲੇ ਜਾਂ ਦਿਹਾੜੀਆਂ ਵਾਲੇ ਜਿਹੜੇ ਕਮਾ ਕੇ ਤੇ ਉਹੀ ਖਾਣਾ ਹੁੰਦਾ ਸੀ, ਉਹਨਾਂ ਦਾ ਜੋ ਸਾਰਾ ਪਰੇਸ਼ਾਨੀ ਹੈ। ਹੋਰ ਵੀ ਬਹੁਤ ਸਾਰੇ ਐਸੇ ਹੁੰਦੇ ਨੇ
ਕੁਝ ਤਾਂ ਬਾਬਾ ਜੀ ਐਸੇ ਵੀ ਹੁੰਦੇ ਨੇ ਜਿਨ੍ਹਾਂ ਜਿਹੜੇ ਤੰਗ ਤਾਂ ਬੜੇ ਹੁੰਦੇ ਨੇ, ਪਰ ਉਹਨਾਂ ਦੇ ਵਿੱਚ ਇੰਨੀ ਹਿੰਮਤ ਹੀ ਨਹੀਂ ਹੁੰਦੀ ਕਿ ਉਹ ਕਿਸੇ ਕੋਲ ਮੰਗ ਲੈਣ। ਉਹ ਉਹਨਾਂ ਦੇ ਸੁਭਾਅ 'ਚ ਹੀ ਨਹੀਂ ਇਹ ਚੀਜ਼ ਹੁੰਦੀ। ਸੋ ਮੈਨੂੰ ਲੱਗਦਾ ਕਿ ਇਸ ਵਕਤ ਉਹਨਾਂ ਦਾ ਵੀ ਬਾਂਹ ਫੜਨ ਦੀ ਜ਼ਰੂਰਤ ਹੈ। ਆਂਢੀਆਂ ਗੁਆਂਢੀਆਂ ਨੂੰ ਆਪ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਕੋਈ ਛੋਟਾ ਜ਼ਿਮੀਂਦਾਰ ਆ, ਉਹ ਜੇ ਉਹਦੇ ਕੋਲ ਜ਼ਮੀਨ ਹੀ ਉਨੀ ਕਾ ਜਾਂ ਉਹਦੇ ਕੋਲ ਆਪਾਂ ਨੂੰ ਪਤਾ ਹੁੰਦਾ ਆਂਢੀਆਂ ਗੁਆਂਢੀਆਂ ਨੂੰ ਕਿ ਇਹਦੇ ਪੱਲੇ ਕਿੰਨਾ ਕਾ, ਸੋ ਮੈਨੂੰ ਲੱਗਦਾ ਕਿ ਉਹਨਾਂ ਛੋਟੇ ਜਿਹੜੇ ਕਾਰੋਬਾਰੀ ਆ ਜਾਂ ਛੋਟੇ ਜ਼ਿਮੀਂਦਾਰ ਨੇ, ਉਹਨਾਂ ਦਾ ਵੀ ਮੈਨੂੰ ਲੱਗਦਾ ਅੱਜ ਸਾਨੂੰ ਖਿਆਲ ਕਰਨ ਦੀ ਜ਼ਰੂਰਤ ਹੈ, ਤਾਂ ਕਿ ਕਿਸੇ ਦਾ ਪਰਿਵਾਰ ਭੁੱਖਾ ਨਾ ਸੋਵੇ ਘੱਟੋ ਘੱਟ। ਅਸੀਂ ਜਦੋਂ ਜਾਈਦਾ ਨਾ ਪਿੰਡਾਂ ਦੇ ਵਿੱਚ ਆਪਣੇ ਗੁਰਦੀਪ ਜੀ, ਜਦੋਂ ਸੰਗਤਾਂ ਨੂੰ ਅਸੀਂ ਰਸਤਾ ਦਿੰਦੇ ਆ, ਕਈ ਗੁਰਮੁਖ ਐਸੇ ਮਿਲਦੇ, ਉਹ ਕਹਿੰਦੇ ਮੇਰੇ ਕੋਲ ਹੈਗਾ ਆ, ਮੇਰੇ ਕੋਲ ਖਾਣ ਕੱਲ ਤੱਕ ਮੇਰੇ ਕੋਲ ਹੈਗਾ, ਤੁਸੀਂ ਹੋਰ ਕਿਸੇ ਨੂੰ ਦੇ ਦਿਓ। ਔਰ ਕਈ ਲੋਕ ਐਸੇ ਉਹਨਾਂ ਨੇ ਅੰਦਰ ਜਮਾ ਕੀਤਾ ਹੋਇਆ, ਉਹ ਦੁਕਾਨਾਂ ਤੇ ਵੇਚਣ ਲੱਗੇ ਹੋਏ ਆ, ਜਿਹਨਾਂ ਦੇ ਕੋਲ ਜ਼ਿਆਦਾ ਜਮਾ ਕਰ ਕਰਕੇ ਉਹ ਦੁਕਾਨਾਂ ਤੇ ਵੇਚਣ ਲੱਗੇ। ਫਿਰ ਸਾਡੇ ਨਾਲ ਇੱਕ ਆਫੀਸਰ ਸੀ, ਉਹਨਾਂ ਨੇ ਫਿਰ ਅਨਾਉਂਸਮੈਂਟ ਕੀਤੀ ਕਿ ਜੇ ਸਾਨੂੰ ਦਿਸ ਪਿਆ ਨਾ ਕਿਸੇ ਕੋਲ ਜਮਾ ਕੀਤਾ ਹੋਇਆ, ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ। ਪਰ ਇੱਥੇ ਕੌਣ ਮੰਨਦਾ? ਕੋਈ ਐਸੀ ਪਾਰਟੀਆਂ ਦੀ ਹੈਗੀਆਂ ਜਿਹੜੀਆਂ ਕੋਈ ਕਹਿੰਦੇ ਵੀ ਅਸੀਂ ਇਸ ਪਾਰਟੀ ਚੋਂ ਆਏ ਆ ਰਾਸਾਂ ਵਾਸਤਾ ਲੈ ਕੇ, ਕੋਈ ਕੁਛ ਕਹਿੰਦਾ। ਮੈਂ ਉਹਨਾਂ ਨੂੰ ਕਹਿੰਦਾ, ਬੇਨਤੀ ਕਰਦਾ ਕਿ ਇਹ ਅੱਜ ਨਾ ਪਾਰਟੀਆਂ ਦੀ ਗੱਲ ਨਹੀਂ ਹੈਗੀ, ਅੱਜ ਇਨਸਾਨੀਅਤ ਦੀ ਗੱਲ ਹੈ। ਇੱਥੇ ਸਾਰਾ ਕੁਝ ਛੱਡ ਕੇ ਇਨਸਾਨੀਅਤ ਦੀ ਸੇਵਾ ਕਰੋ। ਜੋ ਤੁਹਾਡੇ ਕੋਲ ਸਰਦਾ ਉਹ ਸਾਰਿਆਂ ਨੂੰ, ਜਿਹੜੇ ਲੋੜਵੰਦ ਆ ਉਹਨਾਂ ਨੂੰ ਜਾ ਕੇ ਪੁੱਛ ਕੇ ਦਿਓ, ਕਿਉਂਕਿ ਸਾਡੇ ਕੋਲ ਲਿਸਟਾਂ ਆਉਂਦੀਆਂ ਹਰ ਇੱਕ ਪਿੰਡ ਦੇ ਵਿੱਚੋਂ, ਹਰ ਇਲਾਕੇ ਦੇ ਵਿੱਚੋਂ, ਉਹਨਾਂ ਦਾ ਨਾਮ, ਉਹਨਾਂ ਦਾ ਟੈਲੀਫੋਨ, ਉਹਨਾਂ ਦੀ ਗਿਣਤੀ ਆਉਂਦੀ ਆ। ਫਿਰ ਅਸੀਂ ਉਹਨਾਂ ਦਾ ਪੈਕਟ ਬਣਾ ਕੇ ਉਹਨਾਂ ਦੇ ਪਰਚੀਆਂ ਬਣਾਈਆਂ ਹੁੰਦੀਆਂ ਤੇ ਉਹ ਉਹਨਾਂ ਤੱਕ ਪਹੁੰਚਾਉਂਦੇ ਆ। ਪਰ ਗੁਰਮੁਖ ਕਈ ਐਸੇ ਦੇਖਦੇ ਆ, ਉਹ ਕਹਿੰਦੇ ਨਹੀਂ ਮੇਰੇ ਕੋਲ ਸ਼ਾਮਲ ਹੀ ਹੈਗਾ ਤੇ ਤੁਸੀਂ ਲੋੜਵੰਦ ਨੂੰ ਦੇ ਦਿਓ। ਏਦਾਂ ਦੇ ਲੋਕ ਵੀ ਮਿਲਦੇ, ਏਦਾਂ ਦੇ ਲੋਕ ਵੀ ਸਾਡੇ ਕੋਲ ਸੰਗਤਾਂ ਦੇ ਵਿੱਚ ਬਿਰਾਜਮਾਨ ਹੈ। ਔਰ ਏਦਾਂ ਦੇ ਲੋਕ ਵੀ ਹੈਗੇ ਜਿਨ੍ਹਾਂ ਨੇ ਸਾਰੇ ਘਰ ਭਰ ਲਏ, ਉਹਨਾਂ ਨੇ ਕਿਹਾ ਵੀ ਸਮਾਂ ਹੀ ਹੋਣਾ ਇਕੱਠੇ ਕਰਨ ਦਾ। ਪਰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿਹੜੇ ਲੋੜਵੰਦ ਆ, ਜਿਨ੍ਹਾਂ ਨੂੰ ਜ਼ਰੂਰਤ ਆ, ਉਹਨਾਂ ਨੂੰ ਤੁਸੀਂ ਦਿਓ। ਔਰ ਜਿੰਨਾ ਤੁਹਾਡੇ ਕੋਲ ਆ ਉਹ ਆਪਣਾ ਸਾਰਾ ਦੇ ਦਿਓ। ਜਿਹਨਾਂ ਨੂੰ ਜ਼ਰੂਰਤ ਆ ਉਹਦੇ ਘਰ ਦੇ ਕੇ ਆਓ। ਉਹਨਾਂ ਨੂੰ ਨਹੀਂ ਵੀ ਲੋੜ ਤਾਂ ਵੀ ਉਹਨੂੰ ਆਪਣੇ ਪਰਿਵਾਰ ਦਾ ਦੇ ਕੇ ਦਵਾਈਆਂ ਦਿਓ। ਅੱਛਾ, ਦੂਸਰੀ ਗੱਲ ਇਹ ਕਿ ਕਈਆਂ ਦੇ ਕੋਲ ਦੇਖੋ ਐਸਾ ਹੈ ਪੈਸੇ ਨਹੀਂ ਹੈ, ਕੋਈ ਪਦਾਰਥ ਨਹੀਂ ਹੈ, ਤਾਂ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਉਹਨਾਂ ਦੇ ਘਰ ਦੇ ਆਸੇ ਪਾਸੇ ਸਫਾਈ ਦਾ ਜਿੱਦਾਂ ਉਹਨਾਂ ਨੂੰ ਸਮਝਾਓ ਕਿ ਤੁਸੀਂ ਭਾਈ ਆਪਣੇ ਆਪ ਦੀ ਸਫਾਈ ਰੱਖੋ। ਇੰਨਾ ਤਾਂ ਕਹਿ ਸਕਦੇ, ਗੁਰੂ ਲੋਕਾਂ ਨੇ ਤੁਹਾਨੂੰ ਗਿਆਨ ਦਿੱਤਾ ਆ ਕਿ ਆਪਣਾ ਆਸਾ ਪਾਸਾ ਸਾਫ਼ ਰੱਖੀਏ। ਇਹਨਾਂ ਦਾ ਬੇਨਤੀ ਕਰ ਸਕਦੇ ਆ ਵੀ ਭਾਈ ਗੁਰਮੁਖੋ ਪਿਆਰਿਓ, ਵੀ ਸਾਡੇ ਕੋਲ ਦੇਣ ਨੂੰ ਤਾਂ ਕੁਝ ਹੈ ਨਹੀਂ, ਲੇਕਿਨ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਤੁਸੀਂ ਆਪਣਾ ਆਪ ਸਫਾਈ ਨਾਲ ਰੱਖੋ, ਸਾਫ਼ ਸੁਥਰਾ ਰੱਖੋ, ਆਪਣੇ ਮੁੱਖ ਢੱਕ ਕੇ ਰੱਖੋ, ਸਾਬਣ ਨਾਲ ਹੱਥ ਧੋਵੋ। ਇਹ ਤਾਂ ਤੁਸੀਂ ਗਿਆਨ ਕਰਾ ਸਕਦੇ ਨਾ ਲੋਕਾਂ ਨੂੰ। ਇਸ ਕਰਕੇ ਤੁਹਾਡੀ ਤੁਹਾਡਾ ਧੰਨਵਾਦ ਹੈ। ਅਸੀਂ ਤੁਹਾਡੇ ਦੁਆਰਾ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਾਂਗੇ ਕਿ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਸਾ ਚਾਹੀਦਾ ਜਾਂ ਪਦਾਰਥ ਚਾਹੀਦਾ ਦੂਜਿਆਂ ਦੀ ਸੇਵਾ ਕਰਨ ਲਈ। ਤੁਸੀਂ ਜਦੋਂ ਕਿਸੇ ਲਈ ਅਰਦਾਸ ਕਰਦੇ ਹੋ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਤੁਸੀਂ ਅੰਦਰੋਂ ਕਿਸੇ ਦੀ ਅਰਦਾਸ ਕਰ ਦਿੱਤੀ, ਕਿਸੇ ਦੇ ਬਾਰੇ ਤੁਸੀਂ ਚੰਗਾ ਕਹਿਤਾ, ਭਾਈ ਤੁਹਾਡਾ ਬਚਾਅ ਇਸ ਕਰਕੇ ਆ, ਤੇ ਤਾਂ ਤੁਸੀਂ ਬਚੋਗੇ ਜੇ ਆਪਣੇ ਆਪ ਦੀ ਤੁਸੀਂ ਸਫਾਈ ਰੱਖੋਗੇ ਔਰ ਆਪਣਾ ਕਿਰਿਆ ਉੱਚੀ ਰੱਖੋਗੇ। ਤੇ ਇਹ ਵੀ ਇੱਕ ਬਹੁਤ ਵੱਡੀ ਦੇਣ ਹੈ ਲੋਕਾਂ ਨੂੰ, ਇਹ ਵੀ ਇੱਕ ਬਹੁਤ ਵੱਡਾ ਪਦਾਰਥ ਹੈ ਜਿਹੜਾ ਤੁਸੀਂ ਦੇਵੋਗੇ। ਤੇ ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਦੇ ਕੋਲ ਪੈਸਾ ਹੈ, ਪਦਾਰਥ ਹੈ, ਉਹ ਤਾਂ ਦੇ ਹੀ ਰਿਹਾ, ਉਹ ਤਾਂ ਕਰ ਹੀ ਰਿਹਾ, ਲੇਕਿਨ ਜਿਨ੍ਹਾਂ ਦੇ ਕੋਲ ਨਹੀਂ, ਇਹ ਵੀ ਸੰਕੋਚ ਨਾ ਕਰਨ, ਦੂਸਰਿਆਂ ਦੇ ਮੁੱਖ ਮੂੰਹ ਆਪਣਾ ਬੰਨ ਕੇ, ਆਪਣੇ ਹੱਥ ਵਗੈਰਾ ਸਾਰਾ ਕੁਝ ਠੀਕ ਕਰਕੇ ਲੋਕਾਂ ਦੇ ਮੁਹੱਲਿਆਂ ਵਿੱਚ ਜਾ ਕੇ ਦੇਖਣ ਕੋਈ ਬਿਮਾਰ ਤਾਂ ਨਹੀਂ, ਉਹਨਾਂ ਨੂੰ ਦਵਾਈ ਅਸੀਂ ਵੀ ਦੇਵਾਂਗੇ। ਕਿਉਂਕਿ ਸਾਡੇ ਕੋਲ ਡਾਕਟਰ ਸਾਹਿਬ ਹੈ, ਉਹ ਪਤਾ ਕਰਨ ਕਿਹਨੂੰ ਕੌਣ ਬਿਮਾਰ ਆ, ਕੌਣ ਸਰੀਰ ਕਰਕੇ ਕਮਜ਼ੋਰ ਆ, ਇਹਨਾਂ ਦਾ ਪਤਾ ਕਰ ਸਕਦੇ ਨਾ ਉਹ ਸਾਨੂੰ ਇਸ ਨੰਬਰ ਤੇ ਪਤਾ ਦੇ ਸਕਦੇ ਕਿ ਆਹ ਫਲਾਨਾ ਬਿਮਾਰ ਬੈਠਾ, ਉਹਨਾਂ ਨੂੰ ਰੋਟੀ ਨਹੀਂ ਮਿਲੀ, ਉਹਨਾਂ ਨੂੰ ਪਦਾਰਥ ਹੀ ਨਹੀਂ ਮਿਲਿਆ। ਉਹ ਇਹ ਕਿਰਪਾ ਜ਼ਰੂਰ ਕਰਨ, ਉੱਥੇ ਜਾ ਕੇ ਆਪਣੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਵੀ ਸਾਨੂੰ ਆਹ ਚੀਜ਼ ਦੀ ਲੋੜ ਆ, ਤੇ ਸਰਪੰਚ ਨੂੰ ਕਰ ਸਕਦੇ ਆ, ਆਪਣੇ ਮੁਖਤਿਆਰ ਨੂੰ ਕਰ ਸਕਦੇ, ਜਿਹੜਾ ਉੱਥੇ ਦਾ ਮੋਹਤਵਾਰ ਹੈਗਾ ਉਹ ਦੱਸ ਸਕਦੇ ਆ ਕਿ ਸਾਨੂੰ ਆਹ ਜ਼ਰੂਰਤ ਹੈ। ਨਾ ਸਾਨੂੰ ਰਸਤਾਂ ਪਹੁੰਚੀਆਂ, ਨਾ ਸਾਨੂੰ ਸਰਕਾਰ ਵੱਲੋਂ ਪਹੁੰਚੀ, ਨਾ ਕਿਸੇ ਜਥੇਬੰਦੀ ਵੱਲੋਂ ਪਹੁੰਚੀ, ਉਹ ਟੈਲੀਫੋਨ ਨੋਟ ਕਰਕੇ ਤੁਹਾਡਾ, ਮੇਰਾ, ਹੋਰਾਂ ਦਾ ਉਹ ਦੱਸ ਸਕਦੇ ਆ ਕਿ ਸਾਨੂੰ ਇਸ ਦੀ ਜ਼ਰੂਰਤ ਆ, ਤੇ ਆਪਣੇ ਕੋਲ ਸਾਡੇ ਜਿੰਨੀ ਸਾਡੇ ਕੋਲ ਸਮਰੱਥਾ ਆਪਾਂ ਸੇਵਾ ਕਰ ਸਕਦੇ ਆ। ਤੇ ਸਾਨੂੰ ਬਿਲਕੁਲ ਇਹ ਬੜਾ ਸਾਂਝਾ ਕਾਰਜ ਹੈ ਇਸ ਵਕਤ, ਕਿਉਂਕਿ ਦੁਨੀਆ ਜਿਹੜੀ ਹੈ ਇੱਕ ਬੜੀ ਵੱਡੀ ਮੁਸੀਬਤ ਦੇ ਵਿੱਚ ਹੈ ਇਸ ਵਕਤ। ਮੈਨੂੰ ਲੱਗਦਾ ਕਿ ਸ਼ਾਇਦ ਕਿਸੇ ਨੇ ਵੀ ਏਡੀ ਵੱਡੀ ਮੁਸੀਬਤ ਇੱਕਦਮ ਇਕੱਠੀ ਨਹੀਂ ਵੇਖੀ ਹੋਏਗੀ, ਆਪਾਂ ਜਿੰਨੇ ਵੀ ਇਸ ਵਕਤ ਦੁਨੀਆ ਤੇ ਵਿਚਰ ਰਹੇ ਹਾਂ। ਇਤਿਹਾਸ ਦੀਆਂ ਮੁਸੀਬਤਾਂ ਜਿਹੜੀਆਂ ਉਹ
ਉਹ ਅਲੱਗ ਰੂਪ ਦੇ ਵਿੱਚ ਆਪਾਂ ਦੇਖਦੇ ਬੜੇ ਬੜੇ ਔਖੇ ਸਮੇਂ ਸਿੱਖਾਂ ਨੇ ਝੱਲੇ ਨੇ, ਪਰ ਇਸ ਢੰਗ ਦੀ ਮੁਸੀਬਤ ਕਿ ਜਿਹਦੇ 'ਚ ਸਾਰੀ ਦੁਨੀਆ ਇੱਕ ਪਾਸੇ ਆ ਤੇ ਇੱਕ ਜੀਵਾਣੂ ਇਕੱਲਾ ਇੱਕ ਪਾਸੇ ਆ, ਉਹਨੇ ਸਾਰੀ ਦੁਨੀਆ ਨੂੰ ਜਿਹੜਾ ਵਾ ਕਮਰਿਆਂ 'ਚ ਬੰਦ ਕਰ ਦਿੱਤਾ। ਵੇਖੋ ਬੜੀਆਂ ਗੱਲਾਂ ਇੱਥੇ ਸਾਡੇ ਸਾਹਮਣੇ ਆ ਰਹੀਆਂ ਨੇ। ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਚਿੜੀਆਂ ਚਹਿਕਣ ਦੀਆਂ ਆਵਾਜ਼ਾਂ ਸੁਣਨ ਲੱਗ ਪਈਆਂ ਨੇ, ਪਹਾੜ ਦੇਖਣ ਲੱਗ ਪਏ ਨੇ ਇੱਥੇ ਸ਼ਹਿਰਾਂ ਦੇ ਵਿੱਚ ਜਿਹੜੇ ਬੜੀ ਦੂਰ ਦੂਰ ਨੇ। ਸੋ ਸਾਨੂੰ ਰੱਬ ਨੇ ਅਹਿਸਾਸ ਵੀ ਕਰਾਇਆ ਕਿ ਤੇਰਾ ਜਿਹੜਾ ਜੀਣ ਦਾ ਢੰਗ ਜਿਹੜਾ ਤੂੰ ਅਪਣਾ ਰੱਖਿਆ ਸੀ ਨਾ, ਉਹ ਸਹੀ ਨਹੀਂ ਸੀ। ਵੇਖ ਕੁਦਰਤ ਕਿੰਨੀ ਸੋਹਣੀ ਆ, ਮੈਂ ਤੇਰੇ ਵਾਸਤੇ ਕਿੰਨਾ ਸੋਹਣਾ ਕਈ ਕੁਝ ਕੀਤਾ ਹੋਇਆ ਹੈ। ਹੁਣ ਗੰਗਾ ਜੀ ਜਮਨਾ ਗੰਗਾ ਜਮਨਾ ਸਰਸਵਤੀ ਕਰੇ ਉਦਮ ਧੂੜ ਸਾਧੂ ਕੀ ਤਾਈ, ਕਿੰਨੇ ਪਵਿੱਤਰ ਜਲ ਸੀਗੇ ਇਹਨਾਂ ਸਾਰੀਆਂ ਨਦੀਆਂ ਦੇ, ਆਪਾਂ ਪ੍ਰਦੂਸ਼ਿਤ ਕੀਤੇ ਸੀ। ਹੁਣ ਅੱਜ ਕੱਲ੍ਹ ਆਪਾਂ ਦੇਖਦੇ ਪਏ ਹਾਂ, ਉੱਥੋਂ ਦੀਆਂ ਵੀਡੀਓ ਆ ਰਹੀਆਂ ਨੇ ਕਿ ਉਹ ਨੀਲੇ ਬਿਲਕੁਲ ਪਵਿੱਤਰ ਜਲ ਜਿਹੜੇ ਨੇ, ਕਿਉਂਕਿ ਫੈਕਟਰੀਆਂ ਬੰਦ ਹੋ ਗਈਆਂ, ਜਿਹੜਾ ਗੰਦ ਮੰਦ ਅਸੀਂ ਖੁਦ ਸੁੱਟਦੇ ਪਏ ਸੀ, ਆਪਣੇ ਸੋਮੇ ਖਰਾਬ ਕਰਦੇ ਪਏ ਸੀ, ਉਹ ਠੀਕ ਹੋ ਰਹੇ ਨੇ। ਸੋ ਇਹ ਸਾਰਾ ਕੁਝ ਸਾਡੇ ਵਾਸਤੇ ਕੁਦਰਤ ਜੋ ਕਰ ਰਹੀ ਹੈ, ਰੱਬ ਜਿਹੜਾ ਵਾ ਉਹ ਸਾਡੇ ਵਾਸਤੇ ਭਲੇ ਵਾਸਤੇ ਜੋ ਵੀ ਕਰ ਰਿਹਾ। ਤੇ ਨਾਲ ਹੀ ਨਾਲ ਮੈਂ ਸਮਝਦਾ ਕਿ ਜਿਹੜੀ ਬਾਬਾ ਜੀ ਆਪ ਜੀ ਇੱਕ ਸਾਨੂੰ ਹਰ ਵਾਰੀ ਇਹ ਵੀ ਕਹਿੰਦੇ ਹੋ ਕਿ ਜਿਹੜਾ ਹੋਰ ਕੁਝ ਨਹੀਂ ਕਰ ਸਕਦਾ ਦੂਸਰੇ ਵਾਸਤੇ ਅਰਦਾਸ ਕਰੇ, ਮੈਂ ਸਮਝਦਾ ਇਹ ਬੜੀ ਹੀ ਜ਼ਰੂਰੀ ਆ। ਆਹ ਸਮਾਂ ਜਿਹੜਾ ਨਾ, ਜਿਹੜਾ ਹੋਰ ਕੁਝ ਨਹੀਂ ਕਰ ਸਕਦਾ, ਉਹ ਘੱਟੋ ਘੱਟ ਜੇ ਅਨਪੜ੍ਹ ਵੀ ਹੈ ਤੇ ਘੱਟੋ ਘੱਟ ਬਹਿ ਕੇ ਮਾਲਾ ਹੀ ਫੇਰ ਲੇ, ਜਾਂ ਵੈਸੇ ਅੱਧਾ ਘੰਟਾ ਗੁਰੂ ਕਰ ਲੇ, ਵਾਹਿਗੁਰੂ ਜਾਂ ਜਿਹੜਾ ਵੀ ਮੰਤਰ ਨੂੰ ਜਪਣਾ ਚਾਹੁੰਦਾ ਜਪ ਕੇ ਤੇ ਅਰਦਾਸ ਕਰੇ ਰੱਬ ਦੇ ਅੱਗੇ ਕਿ ਕਿਰਪਾ ਕਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਤ। ਤੇ ਮੈਂ ਸਮਝਦਾ ਉਹਦੀ ਇਹ ਵੀ ਬੜੀ ਵੱਡੀ ਸੇਵਾ ਹੋਏਗੀ ਬਾਬਾ ਜੀ। ਜੀ ਜੀ ਦੇਖੋ ਆਪਣਾ ਜਿਹੜਾ ਦੂਸਰੇ ਦਾ ਭਲਾ ਬਣਦਾ ਨਾ, ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਤੱਕ ਨਾ ਸੀ ਹਾਲ पे अपने जिसदम नजर रहे देखते लोगों को ऐबो हुनर पड़ी अपने गुनाहों पर जिसदम नजर तो निगाह में कोई बुरा ना रहा बुरा जो पूजन मैं चला बुरा ना पायो कोई जब खोजा मन अपना मुझसा बुरा ना कोई। ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਕਿ ਸਭ ਤੋਂ ਪਹਿਲਾਂ ਤੂੰ ਆਪਣੇ ਆਪ ਤੋਂ ਸ਼ੁਰੂ ਕਰ, ਤੂੰ ਆਪਣੇ ਦਿਲ ਨੂੰ ਸਾਫ਼ ਕਰਕੇ ਅਰਦਾਸ ਕਰ ਤੇ ਸਾਰਾ ਜੇ ਤੂੰ ਅਗਲੇ ਦਾ ਭਲਾ ਚਾਹੇਗਾ ਤਾਂ ਤੇਰਾ ਆਪਣੇ ਆਪ ਹੀ ਭਲਾ ਹੋ ਜਾਣਾ। तो सब तो पहला भी जिहदे कोल कोई पदार्थ नहीं है, जिहदे कोल समर्था नहीं है, वो दूसरा दे भले लई सोचे कि इन्हां दा भला किस तरह होएगा। तो सारी संगत नूं इहो बेनती आ कि एक तां डरना नहीं हैगा, दूसरा अरदास करनी आ, तीसरा महाराज दे चरनां दे विच बेनतियां करदे होए सिमरन करदे होए इहो ही अरदास करनी कि तेरे भाणे सरबत दा भला। तू सारिਆਂ ਦਾ ਭਲਾ ਜਿਸ ਵੇਲੇ ਮੰਨੇਗਾ ਤੇ ਤੇਰਾ ਆਪਣੇ ਆਪ ਹੀ ਭਲਾ ਹੋ ਜਾਏਗਾ। ਕਿਉਂਕਿ ਸਾਨੂੰ ਇਹ ਅਸੀਂ ਪ੍ਰਤੱਖ ਦੇਖਿਆ ਹੈ ਕਿ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਹਾਂ, ਹੁਣ ਅਸੀਂ ਥੋੜੇ ਦਿਨ ਹੋਏ ਆ, ਸਾਡੇ ਇੱਕ ਬਹੁਤ ਹੀ ਪਿਆਰੇ ਚਲਾਣਾ ਕਰ ਗਏ ਤੇ ਜਿਸ ਵੇਲੇ ਅਸੀਂ ਕੀਰਤਪੁਰ ਸਾਹਿਬ ਗਏ ਆ, ਆਪਣਾ ਜਿਹੜਾ ਸਤਲੁਜ ਦਰਿਆ ਹੈ ਉਸ ਨੂੰ ਦੇਖਿਆ ਤਾਂ ਜਿਸ ਤਰ੍ਹਾਂ ਪਾਣੀ ਇਸ ਤਰ੍ਹਾਂ ਨੀਲਾ ਹੈ, ਇਸ ਤਰ੍ਹਾਂ ਸਾਫ਼ ਸੁਥਰਾ ਦੇਖਿਆ ਕਿ ਅਸੀਂ ਕਹਿੰਦੇ ਉਹਦੇ ਵਿੱਚ ਬੈਠ ਕੇ ਆਪਾਂ ਇਸ਼ਨਾਨ ਕਰਕੇ ਤੇ ਉਹਦੇ ਵਿੱਚ ਚਲੀਸਾ ਕਰੀਏ, ਬੈਠ ਕੇ ਸਿਮਰਨ ਕਰੀਏ, ਇੰਨਾ ਮਨ ਨੂੰ ਚੰਗਾ ਲੱਗਿਆ। ਤੇ ਇਹ ਵਾਤਾਵਰਨ ਵੀ ਮਾਲਕ ਨੇ ਦੇਖੋ ਅਸੀਂ ਖਰਾਬ ਕੀਤਾ ਹੋਇਆ, ਅਸੀਂ ਹੀ ਸਾਫ਼ ਕਰਨਾ। ਕੁਦਰਤ ਨੇ ਸਾਨੂੰ ਅੱਜ ਨੇਤਰ ਦਿੱਤੇ ਆ, ਕੁਦਰਤ ਨੇ ਸਾਨੂੰ ਅੱਜ ਉਹ ਨਜ਼ਰਾਂ ਦਿੱਤੀਆਂ ਕਿ ਤੂੰ ਇਸ ਤਰ੍ਹਾਂ ਇਹ ਸੰਸਾਰ ਦਾ, ਕਿਉਂਕਿ ਇਹ ਨੇਤਰੋ ਮੇਰੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਤੇ ਇਸ ਤਰ੍ਹਾਂ ਉਸ ਮਾਲਕ ਨੂੰ ਦੇਖ, ਉਹਦੀ ਪ੍ਰਕਿਰਤੀ ਦੇਖ, ਉਹਦੇ ਕੀਤੇ ਹੋਏ ਕੰਮਾਂ ਨੂੰ ਦੇਖ ਤੇ ਉਸੇ ਤਰ੍ਹਾਂ ਦਾ ਬਣਨ ਦੀ ਕੋਸ਼ਿਸ਼ ਕਰ। ਤੇ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਆ। ਅਸੀਂ ਸਾਰਿਆਂ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰਾਂਗੇ ਕਿ ਪਾਤਸ਼ਾਹ ਤੂੰ ਕਿਰਪਾ ਕਰ, ਹਮ ਅਬ ਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਹੀ, ਮਾਇਆ ਮੋਹ ਭਰਮ ਪੈ ਫੂਲੇ ਸੋਧਾ ਰਾਸੇ ਉਪਰੀਤ ਲਗਾਈ, एक उत्तम पंथ सुनियो गुर संगत तह मेरा जम त्रास हटाई, एक अरदास भार कीर्त की गुरु रामदास राखुश जेता समुंद सागर नीर भरिया, तेते अवगन हमारे दया करो किश मेरो पावो, डुबदे पत्थर तारे व्यूरा अगन बराबर तपै पीतर वगे काती, परनवत नानक हुक्म पहचाने सुख होवे दिन राती। ते ਸਾਨੂੰ ਹੁਕਮ ਚ ਰਹਿਣਾ ਚਾਹੀਦਾ, ਸਾਨੂੰ ਉਹਦੀ ਰਜ਼ਾ ਚ ਰਹਿਣਾ ਚਾਹੀਦਾ, ਸਾਨੂੰ ਅਰਦਾਸ ਕਰਨੀ ਚਾਹੀਦੀ ਆ, ਡਰਨਾ ਨਹੀਂ ਕਿਸੇ ਗੱਲੋਂ। ਫਿਰ ਸੰਗਤਾਂ ਨੂੰ ਬੇਨਤੀ ਆ ਕਿ ਕਿਸੇ ਵੀ ਗੱਲੋਂ ਡਰਨਾ ਨਹੀਂ, ਸਿਮਰਨ ਕਰਨਾ, ਅਰਦਾਸ ਕਰਨਾ। ਫਿਰ ਮਹਾਰਾਜ ਕਹਿੰਦੇ ਭਉ ਨਹੀਂ ਲਾਗੇ ਜੇ ਐਸਾ ਬੁਝਿਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਔਰ ਨਾਨਕ ਗੁਰਮਤਿ ਇਹ ਮੰਤਰ ਆ ਮਹਾਰਾਜ ਦਾ, ਔਖੀ ਘੜੀ ਨਾ ਦੇਖਣ ਦੇ। ਇਹ ਸਾਰੇ ਸ਼ਬਦ ਮਹਾਰਾਜ ਨੇ ਸਾਨੂੰ ਇਹ ਬੇਨਤੀ ਲਈ ਦਿੱਤੇ ਆ ਤੇ ਅਸੀਂ ਬੇਨਤੀ ਮਹਾਰਾਜ ਦੇ ਚਰਨਾਂ ਚ ਕਰਦੇ ਆ
ਗੁਰੂ ਪਾਤਸ਼ਾਹ ਸੁਖੀ ਵਸੇ ਮੋਰੋ ਪਰਿਵਾਰਾ, ਸਾਡਾ ਪਰਿਵਾਰ ਸੁਖੀ ਰਹੇ ਤੇ ਇਹ ਅਰਦਾਸ ਕਰਦੇ ਹਾਂ। ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਚੈਨਲ ਏਕ ਨੂਰ ਪ੍ਰੋਗਰਾਮ ਦਾ ਔਰ ਸੰਗਤ ਟੀਵੀ ਦਾ ਔਰ ਸੰਗਤ ਏਡ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ ਕਰੇ। ਵਿਦੇਸ਼ ਵਿੱਚ ਬੈਠੀਆਂ ਹੋਈਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਆ ਔਰ ਅਸੀਂ ਉਹਨਾਂ ਤੱਕ ਇਹੋ ਹੀ ਬੇਨਤੀ ਕਰਾਂਗੇ। ਤੁਹਾਡੇ ਲਈ ਅਸੀਂ ਇਹੋ ਹੀ ਬੇਨਤੀ ਕਰ ਸਕਦੇ ਹਾਂ ਕਿ ਤੁਹਾਡੀ ਸਿਹਤ ਠੀਕ ਰਹੇ, ਤੁਸੀਂ ਠੀਕ ਰਹੋ ਤੇ ਸਾਡਾ ਇਹ ਜਿਸ ਤਰ੍ਹਾਂ ਵੀ ਜੋ ਆਪਾਂ ਟਾਈਮ ਮਹਾਰਾਜ ਦੇ ਚਰਨਾਂ 'ਚ ਬਤੀਤ ਕੀਤਾ ਗੁਰੂ ਮਹਾਰਾਜ ਜੀ ਉਹ ਆਪਣੇ ਲੇਖੇ ਵਿੱਚ ਲਾਵੇ। ਬਿਲਕੁਲ ਬਾਬਾ ਜੀ, ਸਭ ਦਾ ਧੰਨਵਾਦ ਹੈ ਜੀ। ਫਤਿਹ ਅਰਜ਼ ਕਰਦੇ ਹਾਂ ਬਾਬਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।